हाँ जी, सत श्री अकाल सारिਆਂ ਨੂੰ। गुड मॉर्निंग। ਕੱਲ੍ਹ ਅਸੀਂ ਚੈਨਲ ਬਣਾਇਆ ਸੀਗਾ, ਅੱਜ ਉਸ 'ਤੇ ਅਸੀਂ ਸੈਕਿੰਡ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ। ਜਿਹੜਾ ਚੈਪਟਰ ਕੱਲ੍ਹ ਛੱਡ ਦਿੱਤਾ ਸੀਗਾ, ਜਿੱਥੋਂ ਛੱਡਿਆ ਸੀ, ਅੱਜ ਉਸੇ ਤੋਂ ਹੀ ਲੈਕਚਰ ਨੂੰ ਅੱਗੇ ਲਿੰਕ ਕਰ ਦਾਂਗੇ। ਐਂਡ ਥੈਂਕ ਯੂ, ਤੁਸੀਂ ਸਾਰਿਆਂ ਨੇ ਵਧੀਆ ਰਿਸਪੌਂਸ ਦਿੱਤਾ। ਥੈਂਕ ਯੂ ਤੁਹਾਡੀ ਸਪੋਰਟ ਵਾਸਤੇ ਸਾਰਿਆਂ ਦੀ। ਐਵੇਂ ਹੀ ਸਾਨੂੰ ਰਹੂਗੀ ਆਸ ਵੀ ਤੁਸੀਂ ਅੱਜ ਦੀ ਵੀਡੀਓ ਨੂੰ ਵੀ ਪਸੰਦ ਕਰਾਂਗੇ। ਜਿਹੜੀਆਂ ਵੀ ਥੋੜ੍ਹੀਆਂ ਬਹੁਤੀਆਂ ਸਾਡੇ ਤੋਂ ਕੱਲ੍ਹ ਗਲਤੀਆਂ ਹੋਈਆਂ, ਜਿਵੇਂ ਥੋੜ੍ਹਾ ਮੈਨੂੰ ਦੱਸਿਆ ਸੀ ਸਟੂਡੈਂਟਸ ਨੇ ਵੀ ਕਮੈਂਟਸ ਦੇ ਵਿੱਚ ਵੀ, ਵੈਸੇ ਵੀ ਸਕਰੀਨ ਦਾ ਇਸ਼ੂ ਹੋ ਰਿਹਾ ਸੀ ਜਾਂ ਪੇਜਸ ਹਿੱਲ ਰਹੇ ਸੀਗੇ ਜਾਂ ਸ਼ੇਕ ਹੋ ਰਹੇ ਸੀ, ਉਹ ਹੁਣ ਤੋਂ ਅਸੀਂ ਉਸ ਚੀਜ਼ ਨੂੰ ਇੰਪਰੋਵਾਈਜ਼ ਕਰ ਦਾਂਗੇ। ਦੂਜੀ ਗੱਲ, ਜੇ ਕਿਸੇ ਨੂੰ ਰਾਈਟਿੰਗ ਨਹੀਂ ਸਮਝ ਆਉਂਦੀ, ਕੁਛ ਲਿਖਿਆ ਨਹੀਂ ਸਮਝ ਆਉਂਦਾ, ਤਾਂ ਪਲੀਜ਼ ਲੈਟ ਮੀ ਨੋ, ਕਿਉਂਕਿ ਮੇਰੀ ਪ੍ਰਾਇਰਟੀ ਸਾਡੀ ਇਹੀ ਰਹੂਗੀ, ਮੇਰੀ ਨਹੀਂ ਵੀ ਤੁਹਾਡੀ ਪ੍ਰਾਇਰਟੀ ਨੂੰ ਕੋਈ ਸ਼ੋ ਨਾ ਹੋਵੇ, ਤੁਹਾਨੂੰ ਉਹ ਲੈ ਕੇ ਚੱਲਿਆ ਜਾਵੇ, ਤੁਹਾਨੂੰ ਵੱਧ ਤੋਂ ਵੱਧ ਅੱਛਾ ਐਕਸਪਲੇਨੇਸ਼ਨ ਕੀਤਾ ਜਾਵੇ। ਠੀਕ ਹੈ ਜੀ, ਚਲੋ ਨਾਓ ਕਮ ਟੂ ਦ ਪੁਆਇੰਟ, ਸਟਾਰਟ ਦ ਸੈਕਿੰਡ। ਅੱਜ ਲੈਕਚਰ ਸੈਕਿੰਡ, ਜਿਵੇਂ ਕਿ ਉੱਪਰ ਲਿਖਿਆ April 18th। ਥੋੜ੍ਹਾ ਜਿਹਾ ਲਿੰਕ ਕੱਲ੍ਹ ਦੇ ਲੈਕਚਰ ਨਾਲ, ਤਾਂ ਜੋ ਤੁਸੀਂ ਟੱਚ ਹੋ ਕੇ ਉੱਥੋਂ ਪੜ੍ਹੋ। ਕੱਲ੍ਹ ਮੈਂ ਲਾਸਟ ਛੱਡਿਆ ਸੀ ਪ੍ਰੈਸੀਡੈਂਟ ਆਫ ਕੌਂਸਟੀਟਿਊਂਟ ਅਸੈਂਬਲੀ, ਜਿਨ੍ਹਾਂ ਦਾ ਨਾਮ ਸੀਗਾ ਡਾਕਟਰ ਸਚਿਦਾਨੰਦ ਸਿਨਹਾ। ਉਹ ਟੈਂਪਰੇਰੀ ਬੇਸਿਸ 'ਤੇ ਸਨ। ਅੱਜ ਦੂਜਾ ਦੱਸਿਆ ਸੀ ਵੀ ਪਹਿਲੇ ਪ੍ਰੈਸੀਡੈਂਟ ਜਿਹੜੇ ਪਰਮਾਨੈਂਟ ਬਣੇ ਕੌਂਸਟੀਟਿਊਂਟ ਅਸੈਂਬਲੀ ਦੇ, ਉਹ ਰਾਜਿੰਦਰ ਪ੍ਰਸਾਦ ਸਨ। ਠੀਕ ਹੈ ਜੀ। ਫਿਰ ਆਪਾਂ ਵਾਈਸ ਪ੍ਰੈਸੀਡੈਂਟ ਪੜ੍ਹੇ ਸੀ HC ਮੁਖਰਜੀ, VT ਕ੍ਰਿਸ਼ਨਮਾਚਾਰੀ। ਐਡਵਾਈਜ਼ਰ ਵੀ ਆਪ ਜੀ ਨੂੰ ਦੱਸਿਆ ਸੀ BN ਰਾਓ। ਅਤੇ ਸੀਲ ਮੈਂ ਦੱਸਿਆ ਸੀਗਾ, ਉੱਥੇ ਬਲੈਂਕ ਛੱਡਿਆ ਸੀ ਆਪਾਂ ਨੋਟਸ 'ਚ, ਬਟ ਮੈਂ ਵਰਬਲੀ ਦੱਸਿਆ ਸੀ ਐਲੀਫੈਂਟ। ਸੈਕਟਰੀ ਆਫ CA HVR ਅਯੰਗਰ। ਕੈਲੀਗ੍ਰਾਫਰ, ਜਿਨ੍ਹਾਂ ਨੇ ਲਿਖਿਆ। ਰਾਈਟਰ ਸੀਗੇ ਜਿਹੜੇ, ਮਤਲਬ ਰਾਈਟਰ ਇਨ ਦਾ ਸੈਂਸ ਜਿਨ੍ਹਾਂ ਨੇ ਆਪਣੀ ਰਾਈਟਿੰਗਸ ਦਿੱਤੀਆਂ। ਬਿਊਟੀਫਾਈ ਐਂਡ ਡੈਕੋਰੇਟਡ ਬਾਈ, ਜਿਵੇਂ ਸਾਡੇ ਨੋਟਸ ਵੀ ਜਿਹੜੇ ਲਿਖਦੇ ਨੇ ਉਹਨਾਂ ਨੂੰ ਅਸੀਂ ਕੈਲੀਗ੍ਰਾਫਰ ਕਹਿੰਦੇ ਹਾਂ, ਤੁਸੀਂ ਆਪ ਬਣਾਉਂਦੇ ਹੋ। ਬਿਊਟੀਫਾਈ ਐਂਡ ਡੈਕੋਰੇਟਡ ਬਾਈ ਨੰਦ ਲਾਲ ਬੋਸ। ਹੁਣ ਅੱਜ ਦਾ ਲੈਕਚਰ ਇਹ ਉੱਥੋਂ ਥੋੜ੍ਹਾ ਲਿੰਕ ਕਰਤਾ, ਤਾਂ ਜੋ ਸਟੂਡੈਂਟਸ ਨੂੰ ਪ੍ਰੋਬਲਮ ਨਾ ਆਵੇ ਅਤੇ ਉਹ ਥੋੜ੍ਹਾ ਖੁਸ਼ੀ ਨਾਲ ਪੜ੍ਹਨ। ਤੁਸੀਂ ਵੀ ਕੋਈ ਟੈਨਸ਼ਨ ਲੈ ਕੇ ਨਹੀਂ, ਕੁਛ ਨਹੀਂ, ਇਹਨੂੰ ਜਿੰਨੀ ਵਾਰ ਰਿਵਾਈਜ਼ ਕਰ ਸਕਦੇ ਹੋ। ਕਿਸੇ ਕਿਤਾਬ ਨੂੰ ਫੋਲੋ ਕਰਨ ਦੀ ਲੋੜ ਨਹੀਂ, ਇਹਨੂੰ ਪੜ੍ਹ ਲਿਓ, ਇਹਨਾਂ ਨੂੰ ਸੁਣ ਲਿਓ, ਰੀਡ ਕਰ ਲਿਓ, ਇਸ ਤੋਂ ਉੱਪਰ ਤੁਹਾਨੂੰ ਕੁਐਸਚਨ ਨਹੀਂ ਆਉਂਦਾ। ਅੱਜ ਦਾ ਚੈਪਟਰ ਦਾ ਪਹਿਲਾ ਪੁਆਇੰਟ, ਆਬਜੈਕਟਿਵ ਰੈਜ਼ੋਲਿਊਸ਼ਨ। ਇਹ ਕੁਐਸਚਨ ਅਕਸਰ ਪੁੱਛਿਆ ਜਾ ਚੁੱਕਿਆ ਕਈ ਵਾਰ, ਅੱਛੇ ਸਟੇਟ ਲੈਵਲ ਦੇ ਐਗਜ਼ਾਮਸ 'ਚ ਵੀ ਅਤੇ ਨੈਸ਼ਨਲ ਲੈਵਲ 'ਚ ਵੀ। ਹੁਣ ਤੁਹਾਨੂੰ ਇਹ ਪੁੱਛਣ ਆਉਣਾ ਚਾਹੀਦਾ। ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਆਪਾਂ ਟੌਪਿਕ 'ਤੇ ਬਸ ਬਹੁਤ ਛੋਟੀ ਜਿਹੀ ਗੱਲ ਦੱਸਣੀ। ਵਾਟ ਇਜ਼ ਇੰਟਰੋਡਿਊਸ ਕਿਹਨੇ ਕੀਤਾ? ਜਵਾਹਰ ਲਾਲ ਨਹਿਰੂ ਨੇ 13 ਦਸੰਬਰ 1946। ਅਡੋਪਟ ਕਰ ਲਿਆ ਕੌਂਸਟੀਟਿਊਂਟ ਅਸੈਂਬਲੀ ਨੇ 22 ਜਨਵਰੀ 1947 ਨੂੰ। ਠੀਕ ਹੈ ਜੀ, ਦੈਟਸ ਇਟ। ਬਸ ਇੱਥੇ ਇਹ ਖਤਮ ਹੋ ਜਾਂਦਾ। ਬਟ ਇੱਥੇ ਮੇਰਾ ਕੰਮ ਇਹ ਹੈ, ਤੁਹਾਨੂੰ ਸਿਰਫ ਇੰਨਾ ਕੁ ਦੱਸਣਾ। ਹੁਣ ਸਟੂਡੈਂਟਸ ਨੂੰ ਇਹੀ ਨਹੀਂ ਪਤਾ ਆਬਜੈਕਟਿਵ ਰੈਜ਼ੋਲਿਊਸ਼ਨ। ਆਬਜੈਕਟਿਵ ਕੀ ਹੁੰਦਾ? ਜਿਵੇਂ ਆਪਾਂ ਜ਼ਿੰਦਗੀ 'ਚ ਕੋਈ ਆਬਜੈਕਟ ਰੱਖਦੇ ਹਾਂ ਵੀ ਮੇਰਾ ਇਹ ਆਬਜੈਕਟਿਵ ਹੈ ਬਣਾ। ਰੈਜ਼ੋਲਿਊਸ਼ਨ ਅਸੀਂ ਅਕਸਰ ਨਵੇਂ ਸਾਲ ਚੜ੍ਹਦੇ 'ਤੇ ਕੋਈ ਨਾ ਕੋਈ ਰੈਜ਼ੋਲਿਊਸ਼ਨ ਲੈਂਦੇ ਹੁੰਦੇ ਹਾਂ, ਜਿਹਦੇ ਵਿੱਚ ਇਹ ਚੀਜ਼ ਦੱਸੀ ਜਾਂਦੀ ਹੈ ਕਿ ਮੈਂ ਇਹ ਰੈਜ਼ੋਲਿਊਸ਼ਨ ਲਿਖ ਲਊਂਗਾ ਵੀ ਆਹ ਨਵੇਂ ਸਾਲ ਦੇ ਵਿੱਚ ਮੈਂ ਆਹ ਕਰੂੰਗਾ, ਉਹਨੂੰ ਹੁੰਦਾ ਰੈਜ਼ੋਲਿਊਸ਼ਨ। ਇਹ ਮੂਵ ਕਰਨ ਵਾਲੇ ਸਾਡੇ ਪਹਿਲੇ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਸਨ। ਹੁਣ ਜਿਵੇਂ ਕਿ ਉੱਥੇ ਲਿਖਿਆ ਵੀ ਹੋਇਆ, ਤੁਹਾਨੂੰ ਦਿਖ ਰਿਹਾ ਕਿ ਵਾਟ ਇਜ਼ ਆਬਜੈਕਟਿਵ ਰੈਜ਼ੋਲਿਊਸ਼ਨ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਇਹ ਇੱਕ ਛੋਟਾ ਜਿਹਾ ਕੰਸੈਪਟ ਹੈ। ਦੇਖੋ, ਪ੍ਰੀਐਂਬਲ ਵਰਡ ਸਭ ਨੇ ਸੁਣਿਆ ਹੋਣਾ। ਪ੍ਰੀਐਂਬਲ ਕੀ ਹੁੰਦਾ? ਪ੍ਰੀਐਂਬਲ ਸਾਡੇ ਸੰਵਿਧਾਨ ਦਾ ਸਟਾਰਟਿੰਗ ਪੁਆਇੰਟ ਹੈ। ਅਕਸਰ ਪੋਲਿਟੀ ਉੱਥੋਂ ਹੀ ਪੜ੍ਹਾਉਣੀ ਸ਼ੁਰੂ ਕਰਦਾ ਹਰੇਕ ਕੋਈ, ਮੋਸਟਲੀ ਪੋਲਿਟੀ ਉੱਥੋਂ ਪੜ੍ਹਾਉਣੀ ਸ਼ੁਰੂ ਕੀਤੀ ਜਾਂਦੀ ਹੈ। ਠੀਕ ਹੈ ਜੀ। ਪ੍ਰੀਐਂਬਲ, ਜਦੋਂ ਵੀ ਕੋਈ NCERT ਦੀ ਕਿਤਾਬ ਚੱਕਦੇ ਹਾਂ, ਕੋਈ ਵੀ ਬੁੱਕ ਚੱਕਦੇ ਹਾਂ, ਤਾਂ ਪ੍ਰੀਐਂਬਲ ਸਭ ਨੇ ਆਉਂਦਾ। ਕੀ ਹੈ ਪ੍ਰੀਐਂਬਲ? ਕੋਈ ਤੁਹਾਨੂੰ ਅੱਜ ਤੋਂ ਬਾਅਦ ਪ੍ਰੀਐਂਬਲ ਪੁੱਛੇ ਕੀ ਹੈ? ਇਟਸ ਅ ID ਕਾਰਡ, ਇਟਸ ਅ ਆਈਡੈਂਟੀਟੀ ਕਾਰਡ, ਇਟਸ ਅ ਜਸਟ ਸਟਾਰਟਿੰਗ ਅ ਸਮੋਲ ਇੰਟਰੋਡਕਸ਼ਨ ਆਫ ਦ ਵਰਲਡਸ ਲੈਂਥੀਐਸਟ, ਲਾਰਜੈਸਟ ਅਤੇ ਲੰਬੇ ਰਿਟਨ ਕੌਨਸਟੀਟਿਊਸ਼ਨ ਦੀ ਇੱਕ ਉਹ ਹੈ। ਦੈਟਸ ਇਟ। ਅਤੇ ਜੋ ਚੀਜ਼ਾਂ ਪ੍ਰੀਐਂਬਲ 'ਚ ਨਹਿਰੂ ਨੇ ਮੂਵ ਔਨ ਕੀਤੀਆਂ, ਜੋ ਵੀ ਨਹਿਰੂ ਨੇ ਉਹਦੇ ਵਿੱਚ ਪਾਈਆਂ, ਉਹ ਸਾਰੀਆਂ ਦੀਆਂ ਸਾਰੀਆਂ ਉਹਨਾਂ ਨੇ ਆਬਜੈਕਟਿਵ ਰੈਜ਼ੋਲਿਊਸ਼ਨ ਦੇ ਵਿੱਚ ਦੱਸੀਆਂ ਸਨ। ਜਿਵੇਂ ਕਿ ਮੈਂ ਪਿੱਛੇ ਨੀਚੇ ਐਰੋ ਦੇ ਕੇ ਲਿਖਿਆ, ਸੋਵਰੀਅਨ ਮਤਲਬ ਪ੍ਰਭੂ ਸੱਤਾ। ਸੋਵਰੀਅਨ ਮਤਲਬ ਪ੍ਰਭੂ ਸੱਤਾ ਕੀ ਹੁੰਦਾ? ਤੁਸੀਂ ਖੁਦ ਦੇ ਕਰਨੀ ਦੇ ਆਪ ਮਾਲਕ ਹੋ। ਨੇਸ਼ਨ 'ਚ ਵੀ ਆਹੀ ਚੀਜ਼ ਹੈ ਵੀ ਭਾਰਤ ਨੂੰ ਬਾਹਰੋਂ ਅਤੇ ਅੰਦਰੋਂ ਕੋਈ ਵੀ ਡਾਇਰੈਕਟ ਨਹੀਂ, ਬਾਹਰੋਂ ਕੋਈ ਵੀ ਪਾਵਰ ਡਾਇਰੈਕਟ ਨਹੀਂ ਕਰ ਸਕਦੀ। ਉਹ ਜੋ ਕਰਨਗੇ ਅਸੀਂ ਇੰਟਰਨਲੀ ਐਕਸਟਰਨਲੀ ਖੁਦ ਕਰਾਂਗੇ। ਸਮਾਜਿਕਤਾ ਸੋਸ਼ਲਿਸਟ। ਸੈਕੂਲਰ। ਡੈਮੋਕ੍ਰੇਟਿਕ ਮਤਲਬ ਲੋਕਤੰਤਰੀ। ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਜੀ ਦੁਨੀਆ 'ਚ। ਫॉर द पीपल, बाय द पीपल, टू द पीपल। ਸੈਕੂਲਰ, ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ।
ਇਹ ਓਰੀਜਨਲੀ ਐਡਿਡ ਨਹੀਂ ਸਨ, ਇਹ 1900 ਜਦੋਂ ਆਪਾਂ ਉਹ ਪੜ੍ਹਾਂਗੇ ਪ੍ਰੀਐਂਬਲ ਪੜ੍ਹਾਂਗੇ ਜਾਂ ਫੰਡਾਮੈਂਟਲ ਡਿਊਟੀਜ਼ ਪੜ੍ਹਾਂਗੇ ਉਹਦੇ 'ਚ ਪਤਾ ਲੱਗੂਗਾ ਵੀ ਸੋਸ਼ਲਿਸਟ ਸੈਕੂਲਰ ਤੇ ਇੰਟੀਗ੍ਰਿਟੀ ਵਰਡ ਬਾਅਦ ਚੋਂ ਐਡ ਆਨ ਕੀਤੇ ਗਏ ਜਦੋਂ ਪ੍ਰੀਐਂਬਲ ਨੂੰ ਅਮੈਂਡ ਕੀਤਾ ਗਿਆ। ਇਹ ਪ੍ਰੀਐਂਬਲ ਦੇ ਵਿੱਚ ਦੱਸਿਆ ਜਾਊਗਾ। ਮੇਰਾ ਸਿਰਫ ਮੋਟਿਵ ਸੀ ਆਬਜੈਕਟਿਵ ਰੈਜ਼ੋਲੂਸ਼ਨ ਦੱਸਣਾ। ਆਬਜੈਕਟਿਵ ਰੈਜ਼ੋਲੂਸ਼ਨ ਮੂਵ ਕਿਹਨੇ ਕੀਤਾ? ਨਹਿਰੂ ਨੇ। ਕਦੋਂ ਕੀਤਾ? ਡੇਟਸ ਵਰ ਦੇਅਰ, 22 ਜਨਵਰੀ ਨੂੰ ਅਡਾਪਟ ਕਰ ਲਿਆ ਸੀਗਾ। ਕਿ ਇਹ ਮੇਰਾ ਕੁਐਸਚਨ ਹੈ ਵੀ ਕੰਸੈਪਟ ਵਰਡ ਦੇ ਉੱਤੇ ਹੀ ਖੜਾ ਹੈ, ਦੈਟਸ ਇਟ। ਸੋਵਰੀਅਨ ਪ੍ਰਭੂਸੱਤਾ ਦੱਸਤਾ, ਸੋਸ਼ਲਿਸਟ ਸਮਾਜਿਕਤਾ, ਅਸੀਂ ਸਮਾਜਵਾਦ ਡੈਮੋਕ੍ਰੈਟਿਕ ਲੋਕਤੰਤਰੀ ਸਮਾਜਵਾਦ ਦੀ ਸਿਰਜਣਾ ਕਰਨੀ ਪਸੰਦ ਕਰਦੇ ਹਾਂ। ਭਾਰਤ ਦੇ ਕੋਲ ਕੋਈ ਵੀ ਧਰਮ ਨਹੀਂ ਹੈ, ਸੈਕੂਲਰ ਕੰਟਰੀ ਹੈ, ਨੇਸ਼ਨ ਸਾਡੀ ਸੈਕੂਲਰ ਹੈ। ਉਸ ਤੋਂ ਬਾਅਦ ਡੈਮੋਕ੍ਰੈਟਿਕ ਲੋਕਤੰਤਰ, ਰਿਪਬਲਿਕ ਸਾਡਾ ਗਣਰਾਜ ਹੈ, ਪੂਰਾ ਨਾਮ ਕਦੀ ਪੜ੍ਹੋ ਰਿਪਬਲਿਕ ਆਫ ਇੰਡੀਆ ਲਿਖਿਆ ਜਾਂਦਾ, ਰਿਪਬਲਿਕ ਆਫ ਇੰਡੀਆ, ਭਾਰਤ ਗਣਰਾਜ ਹੈ। ਮਤਲਬ ਜਿਸ ਦੇਸ਼ ਕੋਲ ਆਪਣਾ ਲਿਖਿਤ ਸੰਵਿਧਾਨ ਹੈ ਜਾਂ ਉਹਨਾਂ ਦਾ ਜਿਹੜਾ ਹੈੱਡ ਹੈ ਉਹ ਇਲੈਕਟਿਡ ਹੈ ਇਨਡਾਇਰੈਕਟਲੀ ਔਰ ਡਾਇਰੈਕਟਲੀ, ਉਹ ਦੇਸ਼ ਨੂੰ ਰਿਪਬਲਿਕ ਕਿਹਾ ਜਾਂਦਾ। ਜਸਟਿਸ, ਇਨਸਾਫ ਤੁਸੀਂ ਲੈ ਸਕਦੇ ਹੋ। ਲਿਬਰਟੀ, ਆਜ਼ਾਦੀ, ਸਮਾਨਤਾ ਤੇ ਭਾਈਚਾਰਾ, ਇਹ ਚੀਜ਼ ਹੈ। ਠੀਕ ਹੈ ਜੀ। ਦੂਜੇ ਪੁਆਇੰਟ ਵੱਲ ਵਧਦੇ ਹਾਂ। ਜਿਨ੍ਹਾਂ ਨੂੰ ਵੀ ਮੇਰੀ ਰਿਕੁਐਸਟ ਹੈ, ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਕੁਝ ਨਹੀਂ ਸਮਝ ਆਉਂਦਾ ਪਲੀਜ਼ ਉਹ ਸਾਨੂੰ ਰੀਰਾਈਟ ਕਰਕੇ ਕਮੈਂਟਸ 'ਚ ਪੁੱਛ ਸਕਦੇ ਨੇ। ਅਤੇ ਅੱਜ ਵੀਡੀਓ ਦੇ ਲਾਸਟ 'ਚ ਇੱਕ ਸਰਪ੍ਰਾਈਜ਼ ਹੈ, ਉਹ ਤਾਂ ਦੱਸਿਆ ਜਾਊਗਾ ਜੇ ਤੁਸੀਂ ਸਾਨੂੰ ਅੱਛੇ ਕਮੈਂਟਸ ਦਿਓਗੇ। ਮੈਂ ਜਿਵੇਂ ਕਲਾਸਿਸ 'ਚ ਟੀਚ ਕਰਾਉਂਦਾ ਸੀ, ਮੈਂ ਉਹੀ ਵੇ ਇੱਥੇ ਲੈ ਕੇ ਚੱਲਣਾ ਚਾਹੁੰਦਾ ਤਾਂ ਜੋ ਮੇਰੇ ਨੀਅਰ ਐਂਡ ਡੀਅਰ ਜਿੰਨੇ ਵੀ ਪੁਰਾਣੇ ਜਾਂ ਨਵੇਂ ਸਟੂਡੈਂਟਸ ਮੇਰੇ ਨਾਲ ਐਡ ਹੋਣਗੇ ਸਾਡੇ ਨਾਲ, ਉਹਨਾਂ ਨੂੰ ਉਹੀ ਚੀਜ਼ ਦੱਸੀ ਜਾਵੇ। ਉਹ ਮੈਂ ਤੁਹਾਡੇ ਤੋਂ ਲਾਸਟ ਵੀਡੀਓ 2 ਮਿੰਟ 'ਚ ਪੁੱਛੂੰਗਾ, ਜੇ ਤੁਹਾਡੀ ਸਾਰਿਆਂ ਦੀ ਯੈਸ ਹੋਈ ਤਾਂ ਫਿਰ ਤੁਹਾਨੂੰ ਮੈਂ ਜ਼ਰੂਰ ਉਹ ਚੀਜ਼ ਦਿਆ ਕਰਾਂਗੀ। ਅੱਗੇ ਦੂਜਾ ਕੁਐਸਚਨ ਆਪਣਾ ਅੱਜ ਦਾ, ਵਰਕਿੰਗ ਆਫ ਕੌਨਸਟੀਟਿਊਂਟ ਅਸੈਂਬਲੀ। ਬੜੇ ਛੋਟੇ ਛੋਟੇ ਜਿਹੀਆਂ ਗੱਲਾਂ ਹਾਸੇ ਮਜ਼ਾਕ 'ਚ ਯਾਦ ਕਰਨ ਵਾਲੀਆਂ। ਟਾਈਮ ਟੂ ਕੰਪਲੀਟ ਦੱਸ ਚੁੱਕੇ ਹਾਂ। ਐਕਸਪੈਂਸਿਸ 64 ਲੱਖ ਰੁਪਏ ਲੱਗਿਆ। ਠੀਕ ਹੈ, ਇੰਡੀਆ ਹੈ, ਜਿੰਨੇ ਮਰਜ਼ੀ ਦਾ ਬਿੱਲ ਬਣਾ ਦਿਓ, ਕੋਈ ਪ੍ਰੋਬਲਮ ਨਹੀਂ ਹੈ, ਸਭ ਪਾਸ ਹੋ ਜਾਂਦਾ। ਮੈਂ ਸੀ ਅਸੈਂਬਲੀ ਲਿਖਿਆ, ਕੌਨਸਟੀਟਿਊਂਟ ਅਸੈਂਬਲੀ। ਕਹਿੰਦੇ ਜੀ ਕੌਨਸਟੀਟਿਊਂਟ ਅਸੈਂਬਲੀ 60 ਦੇਸ਼ਾਂ ਦੇ ਸੰਵਿਧਾਨ ਨੂੰ ਰਿਵਿਊ ਕੀਤਾ, ਪੜ੍ਹ ਕੇ ਆਈ। ਹੁਣ ਪੜ੍ਹ ਕੇ ਆਈ ਨਹੀਂ ਆਈ, ਨਾ ਤਾਂ ਮੈਂ ਸੀ ਨਾ ਆਪ ਜੀ ਸਨ, ਆਪਾਂ ਨੂੰ ਪੜ੍ਹਾ ਦਿੱਤਾ ਗਿਆ ਅਤੇ ਐਡਾ ਵੱਡਾ ਸੰਵਿਧਾਨ ਸਾਡੇ ਲਈ ਲਿਖ ਦਿੱਤਾ ਗਿਆ। 60 ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹਿਆ ਅਤੇ ਬੀ ਆਰ ਅੰਬੇਦਕਰ ਨੇ ਬਹੁਤ ਧਿਆਨ ਨਾਲ, ਬਹੁਤ ਵੱਡੀ ਗੱਪ ਕਹਿ ਲਓ ਅਤੇ ਬਹੁਤ ਵੱਡੀ ਇੱਕ ਪ੍ਰਾਊਡਲੀ ਕਹਿ ਤਾ, ਰੈਨ ਸੈਕਿੰਗ ਆਫ ਦਾ ਵਰਲਡਸ ਨੋਨ ਕੌਂਸੈਸ। ਸਟੂਡੈਂਟਸ, ਇਸ ਪੇਜ ਦੇ ਵਿੱਚ ਇਹ ਤੁਹਾਡਾ ਦੂਜਾ ਕੁਐਸਚਨ ਹੈ। ਪਹਿਲਾ ਕੀ ਸੀਗਾ? ਵਾਟ ਇਜ਼ ਆਬਜੈਕਟਿਵ ਰੈਜ਼ੋਲੂਸ਼ਨ। ਇਸ ਨੂੰ ਤੁਸੀਂ ਅੰਡਰਲਾਈਨ ਕਰ ਲੈਣਾ, ਹੋਰ ਕੁਛ ਨਹੀਂ ਹੈ। ਇਸ ਨੂੰ ਤੁਸੀਂ ਅੰਡਰਲਾਈਨ ਕਰ ਲੈਣਾ, ਰੈਨ ਸੈਕਿੰਗ ਆਫ ਵਰਲਡਸ ਨੋਨ ਕੌਨਸਟੀਟਿਊਸ਼ਨ। ਕਲੀਅਰ ਹੈ ਜੀ। ਇਸ ਤੋਂ ਵੱਡਾ ਕੁਐਸਚਨ ਤੁਹਾਡੇ ਲਈ ਕੋਈ ਨਹੀਂ ਹੈ। ਇਹ ਕਿਹਨੇ ਕਿਹਾ? ਬੀ ਆਰ ਅੰਬੇਦਕਰ ਨੇ। ਕੁਐਸਚਨ ਲੌਕ, ਡਨ, ਖਤਮ। ਤੀਜਾ, ਡਾਇਗਰਾਮ ਬਣਾਤਾ ਵੀ ਅਦਰ ਫੰਕਸ਼ਨਸ ਕੀ ਕੀਤੇ। ਇਹਦੇ ਉੱਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਐਕਸਪਲੇਨ ਬਹੁਤ ਵਧੀਆ ਕਰਤਾ। ਹੁਣ ਇਹ ਡਾਇਗਰਾਮ ਤੋਂ, ਠੀਕ ਹੈ, ਧਿਆਨ ਨਾਲ ਪੜ੍ਹਨਾ ਅਤੇ ਦੇਖਣਾ, ਅਤੇ ਇਹਦੇ ਨੀਚੇ ਜਿਹੜੇ ਅਦਰ ਜਨਰਲ ਫੈਕਟਸ ਨੇ ਉਹ ਵੀ ਬਹੁਤ ਧਿਆਨ ਨਾਲ ਦੇਖਣੇ। ਪਹਿਲੀ ਗੱਲ ਤਾਂ ਇਹ ਹੋ ਗਈ ਜੀ, ਅਦਰ ਫੰਕਸ਼ਨਸ 24 ਜਨਵਰੀ 1950 ਨੂੰ ਰਜਿੰਦਰ ਪ੍ਰਸਾਦ ਨੂੰ ਪਹਿਲਾ ਪ੍ਰੈਸੀਡੈਂਟ ਅਪਾਇੰਟ ਕਰ ਦਿੱਤਾ ਗਿਆ। ਗੱਲ ਮੁੱਕਦੀ ਹੋਈ। 26 ਜਨਵਰੀ ਨੂੰ ਸਿਰਫ ਉਹਨੇ ਝੰਡਾ ਚੜਾਇਆ ਸੀ ਲਾਲ ਕਿਲੇ 'ਤੇ, ਭਾਰਤ 26 ਜਨਵਰੀ ਨੂੰ ਰਿਪਬਲਿਕ ਹੋ ਗਿਆ ਸੀ। ਪ੍ਰੈਸੀਡੈਂਟ ਉਹ 26 ਜਨਵਰੀ ਨੂੰ ਨਹੀਂ ਬਣਿਆ, ਉਹਨੂੰ 24 ਜਨਵਰੀ ਨੂੰ ਹੀ ਬਣਾ ਦਿੱਤਾ ਗਿਆ। ਦੂਜੀ ਗੱਲ, 24 ਜਨਵਰੀ ਨੂੰ ਹੀ ਅਸੀਂ ਆਪਣਾ ਨੈਸ਼ਨਲ ਸੌਂਗ ਅਤੇ ਨੈਸ਼ਨਲ ਐਂਥਮ ਅਡੋਪਟ ਕਰ ਲਏ। ਨੈਸ਼ਨਲ ਸੌਂਗ ਅਤੇ ਨੈਸ਼ਨਲ ਐਂਥਮ ਅਡੋਪਟ ਕਰ ਲਏ। ਹੁਣ ਅਗਲੇ ਪੇਜ 'ਤੇ ਤੁਹਾਨੂੰ ਦੱਸੂਗਾ ਮੈਂ। 22 ਜੁਲਾਈ 1947 ਨੂੰ ਅਸੀਂ ਨੈਸ਼ਨਲ ਫਲੈਗ ਅਡੋਪਟ ਕਰ ਲਿਆ। ਸਾਰੇ ਜਣੇ ਧਿਆਨ ਨਾਲ, ਨੈਸ਼ਨਲ ਐਂਥਮ ਅਤੇ ਸੌਂਗ ਅਸੀਂ ਅਕਸਰ ਸੁਣਿਆ, ਕਿਹੜੇ ਕਿਹੜੇ ਨੇ, ਕਿਹੜੇ ਕਿਹੜੇ ਨਹੀਂ। 22 ਜੁਲਾਈ ਸਾਡਾ ਨੈਸ਼ਨਲ ਫਲੈਗ ਡੇ ਵੀ ਹਰ ਸਾਲ ਮਨਾਇਆ ਜਾਂਦਾ। ਨੈਸ਼ਨਲ ਫਲੈਗ ਡੇ 22 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ। ਅਤੇ ਸਟੂਡੈਂਟਸ ਐਂਡ ਮਾਈ ਨੀਅਰ ਐਂਡ ਡੀਅਰਸ, ਇਹ ਯਾਦ ਰੱਖਣਾ, ਜਿਹੜਾ ਅੱਜ ਝੰਡਾ ਤੁਸੀਂ ਸਲਾਮੀ ਦਿੰਦੇ ਹੋ, ਦੇਖਦੇ ਹੋ, ਫਰਲਿੰਗ ਕਰਦੇ ਹੋ, ਅਨਫਰਲ ਕਰਦੇ ਹੋ, ਇਹ ਸਾਡਾ 6ਵਾਂ ਝੰਡਾ ਹੈ, ਪਹਿਲਾ ਝੰਡਾ ਨਹੀਂ ਹੈ। ਮੇਰੀ ਪੜ੍ਹਾਉਣ ਦਾ ਵੇ ਇਹੀ ਆ ਕਿ ਤੁਹਾਡੇ 'ਚ ਕਰੋਸਿਟੀ ਜਗਾਵਾਂ। ਤੁਸੀਂ ਮੇਰੇ ਕੁਐਸਚਨ ਬੋਲੇ ਹੋਏ 'ਚੋਂ, ਲਿਖੇ ਹੋਏ 'ਚੋਂ ਆਪ ਇੱਕ ਅੱਧਾ ਕੁਐਸਚਨ ਨੈੱਟ 'ਤੇ ਸਰਚ ਕਰ ਲਓ, ਉਸ ਤੋਂ ਬਾਅਦ ਕੋਈ ਗੱਲ ਨਹੀਂ ਰਹਿ ਜਾਂਦੀ। 6ਵਾਂ ਝੰਡਾ ਹੈ, 1905 'ਚ ਡਿਜ਼ਾਈਨ ਹੋਇਆ, ਫਿਰ ਅਮੈਂਡ ਹੋਇਆ, ਫਿਰ ਅਮੈਂਡ ਹੋਇਆ। ਸਾਡੇ ਸੰਵਿਧਾਨ ਵਾਂਗ ਸਾਡਾ ਝੰਡਾ ਵੀ ਬਹੁਤ ਵਾਰ ਅਮੈਂਡ ਹੋ ਗਿਆ। ਹੁਣ ਅਗਲੇ ਪੇਜ 'ਤੇ ਮੂਵ ਔਨ ਕਰ ਰਿਹਾ ਮੈਂ। ਅਦਰ ਜਰਨਲ ਫੈਕਟਸ। ਅਦਰ ਜਰਨਲ ਫੈਕਟ ਫॉर ਆਲ ਆਫ ਯੂ,
ਇਹ ਤੁਹਾਡੇ ਹਰੇਕ ਐਗਜ਼ਾਮ 'ਚ ਕਿਤੇ ਨਾ ਕਿਤੇ ਹੈਲਪ ਕਰਨਗੇ। ਨੈਸ਼ਨਲ ਸੌਂਗ ਕਿਹੜਾ ਹੈ ਜੀ? ਵੰਦੇ ਮਾਤਰਮ। ਗੱਲ ਮੁੱਕਦੀ ਹੋਈ। ਕਿਹਨੇ ਲਿਖਿਆ? ਬੰਕਿਮ ਚੰਦਰ ਚੈਟਰਜੀ ਨੇ ਲਿਖਿਆ। ਉਹਦੀ ਨੋਵਲ 'ਚੋਂ ਲਿਆ, ਆਨੰਦ ਮਠ। ਬਟ ਇਹ ਸਭ ਨੂੰ ਪਤਾ ਹੈ, ਇਹ ਨਹੀਂ ਕਿਸੇ ਨੂੰ ਪਤਾ ਵੀ ਉਹਨੇ ਗਾਇਆ ਕਿਉਂ। ਐਕਚੁਅਲੀ ਇੱਕ ਪੋਇਮ ਸੀ ਜਿਹੜੀ ਕਿ ਸੰਨਿਆਸੀ ਰਿਬਲੀਅਨ ਦੇ ਟਾਈਮ ਲਈ ਗਾਈ ਗਈ ਸੀ ਅਤੇ ਲਿਖੀ ਗਈ ਸੀ। ਉਹਨੂੰ ਕਿਸੇ ਨੇ ਫੋਰਸ ਕੀਤਾ ਸੀ ਇਹ ਪੋਇਮ, ਤਾਂ ਬਸ ਇਹ ਚੀਅਰ ਅਪ ਭਰ ਦਿੰਦੀ ਹੈ। ਜਿਵੇਂ ਆਪਾਂ ਕਹਿੰਦੇ ਨਹੀਂ, ਕਲਾਸ 'ਚ ਟੀਚਰ ਐਂਟਰ ਹੋਇਆ, ਸਟੂਡੈਂਟ ਨੂੰ ਦੇਖ ਕੇ ਟੀਚਰ ਐਨਰਜੈਟਿਕ ਹੋ ਜਾਂਦਾ ਅਤੇ ਟੀਚਰ ਨੂੰ ਦੇਖ ਕੇ ਬੱਚੇ ਐਨਰਜੈਟਿਕ, ਤਾਂ ਬਸ ਵੰਦੇ ਮਾਤਰਮ ਇੱਕ ਤਰ੍ਹਾਂ ਦੀ ਐਨਰਜੈਟਿਕ ਭਰ ਦਿੰਦਾ ਹੈ ਨਾ। ਦੂਜੀ ਗੱਲ, ਛੋਟੇ ਕੁਐਸਚਨ, ਇਹਨੂੰ ਟਾਈਮ ਕਿੰਨਾ ਹੈ? 65 ਸੈਕਿੰਡ 'ਚ ਕੰਪਲੀਟ ਕਰਨਾ ਤੁਸੀਂ। ਸਭ ਤੋਂ ਪਹਿਲੀ ਵਾਰ 1896 ਕਲਕੱਤਾ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ 'ਚ ਇਹ ਗਾਇਆ ਗਿਆ, ਗਾਇਆ ਰਵਿੰਦਰਨਾਥ ਟੈਗੋਰ ਨੇ। ਦੈਟਸ ਇਟ। ਦੂਸਰੀ ਗੱਲ, ਨੈਸ਼ਨਲ ਐਂਥਮ ਜਨ ਗਣ ਮਨ। ਗੱਲ ਮੁੱਕਦੀ ਹੋਈ। ਮੈਕਸਿਮਮ ਟਾਈਮ 52 ਸਕਿੰਟ, ਛੋਟਾ ਟਾਈਮ 20 ਸਕਿੰਟ। ਛੋਟੇ ਟਾਈਮ ਮਤਲਬ ਮਿਨੀਮਮ ਸਕਿੰਟ 20 ਨੇ ਗਾਉਣ ਵਾਸਤੇ, ਅਤੇ ਉਹਦੇ 'ਚ ਫਿਰ ਤੁਸੀਂ ਲਾਸਟ ਵਾਲਾ ਪੈਰਾ ਅਤੇ ਪਹਿਲਾ ਪੈਰਾ ਹੀ ਗਾਉਣਾ। ਗਾਇਆ ਲਿਖਿਆ ਕਿਹਨੇ? ਰਵਿੰਦਰਨਾਥ ਟੈਗੋਰ ਨੇ। ਇਹ ਸਭ ਤੋਂ ਪਹਿਲੀ ਵਾਰ ਕਦੋਂ ਗਾਇਆ ਗਿਆ? 1911 ਦੇ ਕਲਕੱਤਾ ਸੈਸ਼ਨ ਆਫ INC। ਇਹ ਵੀ ਪੋਇਮ ਹੈ। ਬਸ ਫਰਕ ਕਿੱਥੇ ਹੈ? ਵੰਦੇ ਮਾਤਰਮ ਦੇ ਰਾਈਟਰ 'ਚ ਅਤੇ ਨੈਸ਼ਨਲ ਐਂਥਮ ਦੇ ਰਾਈਟਰ 'ਚ। ਬਾਕੀ ਗਾਇਆ ਉਹ ਵੀ 1896 'ਚ RNT ਨੇ ਸੀ, ਰਵਿੰਦਰਨਾਥ ਟੈਗੋਰ ਨੇ। ਗਾਇਆ ਇਹ ਵੀ 1911 'ਚ RNT। ਅਤੇ 1911 ਦਾ ਇੱਕ ਛੋਟਾ ਜਿਹਾ ਫੈਕਟ, ਭਾਰਤ ਦੀ ਰਾਜਧਾਨੀ ਦਿੱਲੀ 1911 'ਚ ਹੀ ਬਣੀ ਸੀ। ਠੀਕ ਹੈ ਜੀ। 1911 'ਚ ਭਾਰਤ ਦੀ ਰਾਜਧਾਨੀ ਦਿੱਲੀ ਬਣੀ ਸੀ, ਸ਼ਿਫਟ ਹੋ ਕੇ ਕਲਕੱਤੇ ਤੋਂ। ਇਹਨੂੰ ਮਾਰਨਿੰਗ ਸੌਂਗ ਆਫ ਇੰਡੀਆ ਵੀ ਕਿਹਾ ਜਾਂਦਾ। ਖਤਮ, ਗੱਲ ਮੁੱਕ ਗਈ ਬਸ। ਇਸ ਤੋਂ ਜ਼ਿਆਦਾ ਆਪਾਂ ਕੁਛ ਨਹੀਂ ਟਾਈਮ ਲਾਉਣਾ। ਇਹ ਤੁਹਾਡੇ ਸਾਰੇ ਦੋਨਾਂ ਦੇ ਫੈਕਟ ਕਲੀਅਰ। ਤੀਜਾ ਪੁਆਇੰਟ, ਕਮੇਟੀਜ਼ ਵਰਕ ਅੰਡਰ ਕੌਨਸਟੀਟਿਊਂਟ ਅਸੈਂਬਲੀ। ਕਿਹੜੀਆਂ ਕਿਹੜੀਆਂ ਕਮੇਟੀਜ਼? ਕਮੇਟੀਜ਼ ਕਿਹੜੀਆਂ ਕਿਹੜੀਆਂ ਸੀਗੀਆਂ? ਦੋ ਤਰ੍ਹਾਂ ਦੀਆਂ ਸੀਗੀਆਂ। ਦੋ ਤਰ੍ਹਾਂ ਦੀਆਂ ਕਮੇਟੀ ਸੀਗੀਆਂ, ਇੱਥੇ ਮੈਂ ਦੱਸਦਾ ਤੁਹਾਨੂੰ। ਮੇਜਰ ਅਤੇ ਮਾਈਨਰ। ਮਾਈਨਰ ਦੇ ਮੈਂ ਨਾਲ ਲੱਗਾ, ਆਰ ਮਚ ਇਨ ਨੰਬਰ ਐਂਡ ਨੋ ਨੀਡ ਟੂ ਲਰਨ। ਮਾਈਨਰ ਕਮੇਟੀਆਂ ਦੇ ਵਿੱਚੋਂ ਜੇ ਮੈਨੂੰ ਲੱਗਦਾ ਹੋਊਗਾ, ਮੈਂ ਅਲੱਗ ਤੋਂ ਟੈਲੀਗ੍ਰਾਮ ਚੈਨਲ ਅਸੀਂ ਅੱਜ ਹੀ ਕ੍ਰੀਏਟ ਕਰ ਦਾਂਗੇ, ਉਸ 'ਤੇ ਫੋਟੋ ਪਾ ਦਿਆਂਗੇ, ਨੋ ਪ੍ਰੋਬਲਮ। ਠੀਕ ਹੈ ਜੀ। ਅਤੇ ਮੇਜਰ ਕਮੇਟੀਜ਼ ਦੇ ਵਿੱਚ ਯੂਨੀਅਨ ਪਾਵਰ ਕਮੇਟੀ ਪੁੱਛੀ ਜਾ ਚੁੱਕੀ ਹੈ ਸਟੂਡੈਂਟਸ। ਇਹ ਸਾਰਾ ਤੁਹਾਡਾ ਲਰਨਿੰਗ ਚੈਪਟਰ ਹੈ, ਬਿਲਕੁਲ ਲਰਨਿੰਗ ਪੋਰਸ਼ਨ ਹੈ। ਮੈਂ ਬਿਲਕੁਲ ਛੋਟੀ ਛੋਟੀ ਗੱਲ ਲਿਖੀ ਹੈ। ਯੂਨੀਅਨ ਪਾਵਰ ਕਮੇਟੀ ਜਵਾਹਰ ਲਾਲ ਨਹਿਰੂ, ਠੀਕ ਹੈ ਨਾ। ਯੂਨੀਅਨ ਪਾਵਰ ਕਮੇਟੀ ਜਵਾਹਰ ਲਾਲ ਨਹਿਰੂ। ਉਸ ਤੋਂ ਬਾਅਦ ਰੂਲਸ ਆਫ ਕਮੇਟੀ, ਰੂਲਸ ਆਫ ਪ੍ਰੋਸੀਜਰ ਕਮੇਟੀ ਰਜਿੰਦਰ ਪ੍ਰਸਾਦ। ਯੂਨੀਅਨ ਕੌਨਸਟੀਟਿਊਸ਼ਨ ਕਮੇਟੀ ਵੀ ਜਵਾਹਰ ਲਾਲ ਨਹਿਰੂ। ਪ੍ਰੋਵਿੰਸ਼ੀਅਲ ਨੂੰ ਆਮ ਭਾਸ਼ਾ ਦੇ ਵਿੱਚ ਸੂਬਾ ਕਹਿੰਦੇ ਨੇ, ਜਿਹਨੂੰ ਅਸੀਂ ਅੱਜ ਸਟੇਟ ਰਾਜ ਕਹਿੰਦੇ ਹਾਂ। 28 ਸਟੇਟਸ ਨੇ। ਉਹ ਸਰਦਾਰ ਵੱਲਭ ਭਾਈ ਪਟੇਲ। ਸਰਦਾਰ ਵੱਲਭ ਭਾਈ ਪਟੇਲ ਨੂੰ ਆਇਰਨ ਮੈਨ ਆਫ ਇੰਡੀਆ ਕਿਹਾ ਜਾਂਦਾ ਸੀ ਬਾਈ, ਇਹ ਚੀਜ਼ ਸਭ ਨੇ ਯਾਦ ਕਰ ਲੈਣੀ। ਐਡਵਾਈਜ਼ਰੀ ਕਮੇਟੀ ਕਿਸ 'ਤੇ ਬਣਾਈ ਗਈ? ਫੰਡਾਮੈਂਟਲ ਰਾਈਟਸ 'ਤੇ, ਉਹ ਵੀ ਵੱਲਭ ਭਾਈ ਪਟੇਲ। ਤੁਸੀਂ ਦੇਖ ਲਓ ਇਹਨਾਂ ਡਾਇਗਰਾਮ ਦੇ ਵਿੱਚ ਸਿਰਫ 3 ਨਾਮ ਨੇ। ਵੱਲਭ ਭਾਈ ਪਟੇਲ ਦਾ ਨਾਮ ਹੈ, ਦੂਜਾ ਜਵਾਹਰ ਲਾਲ ਨਹਿਰੂ ਦਾ ਨਾਮ ਹੈ, ਤੀਜਾ ਡਾਕਟਰ ਰਜਿੰਦਰ ਪ੍ਰਸਾਦ ਦਾ। ਦੋ ਬੰਦਿਆਂ ਨੇ, ਤਿੰਨੋਂ ਬੰਦਿਆਂ ਨੇ 2-2 ਕਮੇਟੀਜ਼ ਬਣਾਈਆਂ, 6 ਕਮੇਟੀਜ਼ ਨੇ। ਗੱਲ ਮੁੱਕਦੀ ਹੋਈ। ਇਸ ਤੋਂ ਬਾਅਦ ਕੋਈ ਵੀ ਆਪਾਂ ਨੂੰ ਪੜ੍ਹਨ ਦੀ ਲੋੜ ਨਹੀਂ। ਅੱਗੇ ਚੱਲਦੇ ਹਾਂ। ਸਭ ਤੋਂ ਇੰਪੋਰਟੈਂਟ, ਹੁਣ ਉੱਪਰੋਂ ਕੁਐਸਚਨ ਆਇਆ ਹੈ, ਮੈਂ ਇਹ ਨਹੀਂ ਕਹਿੰਦਾ ਨਹੀਂ ਆਇਆ। ਯੂਨੀਅਨ ਕੌਨਸਟੀਟਿਊਸ਼ਨ ਕਮੇਟੀ UPSC ਨੇ ਪੁੱਛੀ ਵੀ ਹੈ, ਅਤੇ ਸਟੀਅਰਿੰਗ ਕਮੇਟੀ ਵੀ ਪੁੱਛੀ ਵੀ ਹੈ, ਜਿਹੜੀ ਕਿ ਰਜਿੰਦਰ ਪ੍ਰਸਾਦ ਕੋਲ ਸੀ। ਇਹ 6 ਦੇ ਨਾਲ ਨਾਲ ਸਭ ਤੋਂ ਮੋਸਟ ਇੰਪੋਰਟੈਂਟ ਕਮੇਟੀ ਜਿਹੜੀ ਤੁਸੀਂ ਪੜ੍ਹਨੀ ਹੈ ਬਈ, ਉਹ ਪੜ੍ਹਨ ਵਾਲੀ ਕਮੇਟੀ ਹੈ ਡਰਾਫਟਿੰਗ ਕਮੇਟੀ। ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ? BR ਅੰਬੇਦਕਰ। ਕਦੋਂ ਬਣੀ? 29 ਅਗਸਤ 1947। ਅਤੇ ਮੈਂ ਤੁਹਾਡੇ ਯਾਦ ਕਰਨ ਵਾਸਤੇ ਆਹੀ ਚੀਜ਼ਾਂ ਮੈਨੂੰ ਪੜ੍ਹਾਉਣੀਆਂ ਸੋਹਣੀਆਂ ਲੱਗਦੀਆਂ ਨੇ ਵੀ 29 ਅਗਸਤ ਯਾਦ ਕਿਵੇਂ ਰੱਖਣਾ ਹੈ। 2 ਚੀਜ਼ਾਂ ਯਾਦ ਹੋ ਗਈਆਂ। 29 ਅਗਸਤ ਨੂੰ ਡਰਾਫਟਿੰਗ ਕਮੇਟੀ 1947 'ਚ ਬਣੀ, ਆਜ਼ਾਦੀ ਤੋਂ ਬਿਲਕੁਲ 14 ਦਿਨਾਂ ਬਾਅਦ 15 ਅਗਸਤ ਨੂੰ ਆਜ਼ਾਦ ਹੋਏ, 29 ਅਗਸਤ ਨੂੰ ਕਮੇਟੀ ਬਣਾਤੀ ਬਸ। ਅਤੇ ਹੁਣ ਬ੍ਰੈਕਟ 'ਚ ਇੱਕ ਚੀਜ਼ ਤੁਹਾਡੇ ਵਾਸਤੇ, ਇੱਕ ਬੋਨਸ ਲਿਖਤਾ। ਬਹੁਤ ਸਾਰੇ ਬੱਚਿਆਂ ਨੂੰ ਡੇਜ਼ ਦੇ ਕੁਐਸਚਨ ਨਹੀਂ ਯਾਦ ਹੁੰਦੇ, ਉਹ ਲਿਖਤੇ ਜੀ ਇੱਥੇ। 29 ਅਗਸਤ ਨੂੰ ਕਿਹੜਾ ਨੈਸ਼ਨਲ ਸਪੋਰਟਸ ਡੇ ਹੁੰਦਾ? ਕਿਹਦੀ ਯਾਦ 'ਚ ਮਨਾਇਆ ਜਾਂਦਾ? ਧਿਆਨ ਚੰਦ, ਜਿਹਨੂੰ ਕਿ ਮਜੀਸ਼ੀਅਨ ਆਫ ਹਾਕੀ ਕਿਹਾ ਜਾਂਦਾ, ਹਾਕੀ ਦਾ ਜਾਦੂਗਰ ਕਿਹਾ ਜਾਂਦਾ। ਠੀਕ ਹੈ ਜੀ, ਗੱਲ ਮੁੱਕ ਗਈ। ਥੱਲੇ ਬਹੁਤ ਸਿੰਪਲ ਭਾਸ਼ਾ 'ਚ ਲਿਖਿਆ ਕਿੰਨੇ ਮੈਂਬਰ ਸਨ? 6+1, 6 ਮੈਂਬਰ ਅਤੇ 7ਵਾਂ ਚੇਅਰਮੈਨ ਸਾਹਿਬ ਦਾ ਨਾਮ ਸੀ BR ਅੰਬੇਦਕਰ। ਉਹਨਾਂ ਦਾ ਪੂਰਾ ਨਾਮ ਇੱਕ ਅੱਛੇ ਐਗਜ਼ਾਮ 'ਚ ਪੁੱਛਿਆ ਗਿਆ ਸੀ। ਸਟੂਡੈਂਟ ਨੂੰ ਲੱਗਦਾ ਕਿ ਨਾਮ ਕੀ ਹੈ? ਬਾਬਾ ਸਾਹਿਬ ਭੀਮ ਰਾਓ ਅੰਬੇਦਕਰ। ਗਲਤ ਹੋ ਜਾਂਦੇ ਆਪਾਂ ਇੱਥੇ ਸਾਰੇ। ਇੱਥੇ ਕੀ ਹੈ? ਭੀਮ ਰਾਓ ਰਾਮ ਜੀ ਅੰਬੇਦਕਰ।
ਭੀਮ ਰਾਓ ਤਾਂ ਉਹਨਾਂ ਦਾ ਆਪਣਾ ਨਾਮ ਸੀ। ਆਰ ਸਟੈਂਡ ਫॉर ਰਾਮ ਜੀ, ਉਹਨਾਂ ਦੇ ਫਾਦਰ ਸਾਹਿਬ ਦਾ ਨਾਮ। ਮਾਹਰ ਕਮਿਊਨਿਟੀ ਤੋਂ ਬਿਲੋਂਗ ਕਰਦੇ ਸੀ। ਆਪਣੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਪੜ੍ਹੇ ਲਿਖੇ ਇਨਸਾਨ, ਉਹਨਾਂ ਨੂੰ ਫਾਦਰ ਆਫ ਇੰਡੀਅਨ ਕੌਨਸਟੀਟਿਊਸ਼ਨ ਕਿਹਾ ਗਿਆ। ਭਾਰਤ ਦੇ ਪਹਿਲੇ ਲਾਅ ਮਿਨਿਸਟਰ ਉਹ ਬਣੇ। ਇਹ ਤੁਹਾਨੂੰ ਅੱਜ ਦਿੱਤੀ ਜਾਊਗੀ ਅਗਲੀ ਉਹਦੇ ਵਿੱਚ, ਠੀਕ ਹੈ, ਅਗਲੇ ਵੀਡੀਓ ਦੇ ਵਿੱਚ ਉਹਨਾਂ ਦੀ ਸਨੈਪ ਭੇਜ ਦਾਂਗੇ ਜਿਹੜੇ ਮਿਨਿਸਟਰੀ ਸੀਗੀ। ਭਾਰਤ ਦੇ ਪਹਿਲੇ ਲਾਅ ਮਿਨਿਸਟਰ, 14 ਬਰਥ ਡੇਟ ਉਹਨਾਂ ਦੀ ਨਾਲ ਲਿਖਤੀ, ਹੁਣੇ ਅਸੀਂ 14 ਅਪ੍ਰੈਲ ਪਾਸ ਕਰਕੇ ਵੀ ਆਏ ਹਾਂ। ਫਾਦਰ ਆਫ ਇੰਡੀਅਨ ਕੌਨਸਟੀਟਿਊਸ਼ਨ ਮਾਡਰਨ ਮਨੂ ਕਿਹਾ ਜਾਂਦਾ ਸੀ। ਭਾਰਤ ਦੇ ਪਹਿਲੇ ਲਾਅ ਮਿਨਿਸਟਰ ਸੀ, ਫਿਲਾਸਫਰ ਸੀ, ਲਾਇਰ ਵੀ ਸੀ। ਅਤੇ ਆਖਰੀ ਜਦੋਂ 1956 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ, 57 'ਚ, ਉਦੋਂ ਉਹਨਾਂ ਨੇ ਬੁੱਧੀਜ਼ਮ ਨੂੰ ਇੰਬਰੇਸ ਕਰ ਲਿਆ ਸੀ। ਵੋਕੈਬਲਰੀ ਵੀ ਨਾਲ ਨਾਲ ਤਿਆਰ ਕਰਨੀ ਹੈ। ਇੰਬਰੇਸ ਦਾ ਮਤਲਬ ਧਾਰਨਾ। ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਸੀ ਵੀ ਜਾਂ ਤਾਂ ਡੈਥ ਵੱਲ ਨੂੰ ਚਲੇ ਜਾਓ ਅਤੇ ਜਾਂ ਫਿਰ ਉੱਧਰ ਨੂੰ ਚਲੇ ਜਾਓ, ਵੀ ਜਾਂ ਮੁਸਲਿਮਸ ਨੂੰ ਅਕਵਾਇਰ ਕਰ ਲਓ, ਵੀ ਇਸਲਾਮਿਕ ਧਰਮ ਨੂੰ ਉਹ ਕਰ ਲਓ, ਠੀਕ ਹੈ ਨਾ, ਅਤੇ ਜਾਂ ਫਿਰ ਉਹ ਕਰ ਲਓ, ਕੀ ਨਾਮ ਹੈ, ਇਸਲਾਮ ਇੰਬਰੇਸ ਕਰ ਲਓ, ਜਾਂ ਫਿਰ ਡੈਥ ਲਈ ਤਿਆਰ ਹੋ ਜਾਓ। ਤਾਂ ਉਹਨਾਂ ਨੇ ਵੀ ਬੁੱਧੀਜ਼ਮ ਇੰਬਰੇਸ ਕਰ ਲਿਆ, BR ਅੰਬੇਦਕਰ ਸਾਹਿਬ ਨੇ, ਠੀਕ ਹੈ ਜੀ। ਹੁਣ ਸਭ ਤੋਂ ਵੱਡਾ ਕੰਸੈਪਟ ਇਸ ਪੇਜ ਦਾ, ਇਹ ਉੱਪਰ ਜਿਹੜੀ ਮੈਂ BR ਅੰਬੇਦਕਰ ਸਾਹਿਬ ਦੀ ਗੱਲ ਦੱਸੀ ਹੈ ਨਾ, ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ, 29 ਅਗਸਤ ਨੂੰ ਬਣੀ, ਨੈਸ਼ਨਲ ਸਪੋਰਟਸ ਡੇ ਹੁੰਦਾ ਹੈ। ਡੱਬੇ ਦੇ ਵਿੱਚ ਮੈਂ ਜਾਣ ਕੇ ਲਿਖਿਆ BR ਅੰਬੇਦਕਰ ਬਾਰੇ, ਮਾਹਰ ਕਮਿਊਨਿਟੀ ਤੋਂ ਸੀਗਾ। ਉਹਨਾਂ ਨੇ ਭਾਰਤ ਦੇ ਵਿੱਚ ਜਿਹੜੇ ਲੋ ਕਾਸਟ ਕਮਿਊਨਿਟੀ ਦੀ ਬਹੁਤ ਹੈਲਪ ਕੀਤੀ ਹੈ, ਬਹੁਤ ਲੋਕਾਂ ਦੀ ਸੋਚ ਨੂੰ ਬਦਲਣ ਦਾ ਕੰਮ ਵੀ BR ਅੰਬੇਦਕਰ ਨੇ ਬਹੁਤ ਕੀਤਾ। ਦੈਟਸ ਇਟ। ਅਗਲਾ ਕੰਸੈਪਟ, ਇਨੈਕਟਮੈਂਟ ਐਂਡ ਇਨਫੋਰਸਮੈਂਟ ਆਫ ਇੰਡੀਅਨ ਕੌਨਸਟੀਟਿਊਸ਼ਨ। ਇਹਦੇ ਵਿੱਚ ਅੱਜ ਵੀ 98% ਸਟੂਡੈਂਟ ਉਲਝਦੇ ਨੇ ਬਈ, 98%। ਇਨੈਕਟਮੈਂਟ ਮਤਲਬ ਅਸੀਂ ਇਹ ਰਾਤ ਨੂੰ ਬੈਠ ਕੇ ਨੋਟਸ ਲਿਖੇ, ਉਹ ਇਨੈਕਟਮੈਂਟ ਹੈ। ਇਨਫੋਰਸਮੈਂਟ, ਹੁਣ ਵੀਡੀਓ ਬਣਾਈ ਜਾ ਰਹੀ ਹੈ, ਇਹਦੇ 'ਤੇ ਇਨਫੋਰਸ ਕਰ ਰਹੇ ਹਾਂ, ਲਾਗੂ ਕਰਨਾ। ਤਾਂ ਹੀ ਵਿੱਚ ਲਾਈਨ ਮਾਰੀ ਹੈ ਤਾਂ ਜੋ ਆਪ ਜੀ ਸਭ ਅੱਛੀ ਤਰ੍ਹਾਂ ਸਮਝ ਸਕਣ। ਮੈਂ ਆਪਣੇ ਵੱਲੋਂ ਕੋਈ ਵਰਡ ਨਹੀਂ ਇੱਥੇ ਛੱਡਿਆ ਜਿਹੜਾ ਵੀ ਰਹਿ ਗਿਆ ਹੋਵੇ। ਧਿਆਨ ਨਾਲ ਦੇਖੋ ਵੀ ਇਨੈਕਟਮੈਂਟ ਦੇ ਵਿੱਚ ਜਿਹੜੀ ਚੀਜ਼ ਲਿਖੀ ਗਈ ਹੈ ਉਹ ਕੀ ਹੈ। ਇਨੈਕਟਮੈਂਟ ਦੇ ਵਿੱਚ ਮੈਂ ਸਾਰਾ ਪ੍ਰੋਪਰ ਲਿਖਤਾ। ਬੋਥ, ਇਹ ਦੋਨੋਂ ਅਲੱਗ-ਅਲੱਗ ਕੰਸੈਪਟ ਨੇ, ਮੈਂ ਵੀ ਤੁਹਾਨੂੰ ਆਰਾਮ ਨਾਲ ਸਮਝਾ ਦਿੰਦਾ। ਬੋਥ ਆਰ ਡਿਫਰੈਂਟ। ਇਨਫੋਰਸਮੈਂਟ ਅਲੱਗ ਚੀਜ਼ ਹੈ, ਇਨੈਕਟਮੈਂਟ ਅਲੱਗ ਚੀਜ਼ ਹੈ। ਇੰਡੀਅਨ ਕੌਨਸਟੀਟਿਊਸ਼ਨ ਇਨੈਕਟ ਹੋਇਆ, ਪਾਸ ਕਰ ਦਿੱਤਾ ਗਿਆ, ਅਕਲੇਮ ਕਰ ਲਿਆ ਗਿਆ, ਕੰਪਲੀਟ ਕਰ ਦਿੱਤਾ ਗਿਆ, ਸਾਈਨਡ। ਦੇਖੋ ਸਭ ਤੋਂ ਇੰਪੋਰਟੈਂਟ ਕੁਐਸਚਨ ਇੱਥੇ ਨਾਲ ਲਿਖਤਾ, ਸਾਈਨਡ ਕਿੰਨੇ ਮੈਂਬਰਸ ਨੇ ਕੀਤਾ? 284, ਅਤੇ ਸੀਗੇ ਕਿੰਨੇ? 299, ਕਿਉਂਕਿ ਇਹ ਪਾਰਟੀਸ਼ਨ ਤੋਂ ਬਾਅਦ ਦੀ ਗੱਲ ਹੈ। ਅਡੋਪਟ ਕਰ ਲਿਆ ਗਿਆ, ਆਪਣੇ ਆਪ ਨੂੰ ਅਸੀਂ ਸੰਵਿਧਾਨ ਦਿੱਤਾ। ਇਹ ਸਭ ਕਦੋਂ ਦਿੱਤਾ ਗਿਆ? 26 ਨਵੰਬਰ 1949। ਧਿਆਨ ਰੱਖਣਾ, 26 ਨਵੰਬਰ 1949। ਅਤੇ ਅੱਜ ਅਸੀਂ 26 ਨਵੰਬਰ ਨੂੰ ਆਪਣਾ ਨੈਸ਼ਨਲ ਕਾਨੂੰਨੀ ਰਾਸ਼ਟਰੀ ਕਾਨੂੰਨ ਦਿਵਸ ਜਾਂ ਰਾਸ਼ਟਰੀ ਸੰਵਿਧਾਨ ਦਿਵਸ ਮਨਾਉਂਦੇ ਹਾਂ। ਸੋ ਇਨੈਕਟਿਡ, ਪਾਸ, ਸਾਈਨਡ, ਕੰਪਲੀਟ, ਪੂਰਾ ਕਰਤਾ, ਅਡੋਪਟ ਕਰ ਲਿਆ, ਸਭ ਕੁਝ ਕਰਤਾ 26 ਨਵੰਬਰ 1949। 2 ਮਹੀਨੇ ਵੇਟ ਕਰਨ ਤੋਂ ਬਾਅਦ ਅਸੀਂ ਆਪਣੇ ਸੰਵਿਧਾਨ ਨੂੰ ਇਨਫੋਰਸ ਕੀਤਾ। ਇਨਫੋਰਸਮੈਂਟ ਆਫ ਇੰਡੀਅਨ ਕੌਨਸਟੀਟਿਊਸ਼ਨ ਔਨ 26 ਜਨਵਰੀ 1950। 2 ਮਹੀਨੇ ਬਾਅਦ ਚੋਂ। ਕਿਉਂ? ਕਿਉਂਕਿ ਉੱਥੇ ਇੱਕ ਹਿਸਟੈਰੀਕਲ ਬੈਕਗਰਾਊਂਡ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ, ਕੋਈ ਨਵਾਂ ਕਰੰਟ ਆਉਂਦਾ, ਕੋਈ ਵਰਡ ਵੀ ਈਵਨ ਇਜਾਦ ਹੁੰਦਾ ਨਾ, ਤਾਂ ਉਹਦਾ ਕੋਈ ਨਾ ਕੋਈ ਬਈ ਇਤਿਹਾਸ ਜ਼ਰੂਰ ਹੁੰਦਾ। ਮੈਂ ਪਿਛਲੇ 1.5 ਸਾਲ 'ਚ ਇਹੀ ਚੀਜ਼ ਸਿੱਖੀ ਹੈ, ਠੀਕ ਹੈ ਨਾ, ਵੀ ਕਰੰਟ ਹਿਸਟਰੀ ਨਾਲ ਹੀ ਹੋਊਗਾ। ਜੇ ਤੱਕ ਕੋਈ ਹਿਸਟਰੀ, ਜਿਓਗ੍ਰਾਫੀ, ਪੋਲਿਟੀ ਹੈ ਹੀ ਉਹ ਨਹੀਂ, ਕਿਸੇ ਕੋਈ ਵੀ ਚੀਜ਼ ਨਹੀਂ ਹੈ, ਤਾਂ ਕਰੰਟ ਕਦੇ ਵੀ ਨਹੀਂ ਆਉਂਦਾ ਹੁੰਦਾ। 2 ਮਹੀਨੇ ਵੇਟ ਕੀਤਾ। 26 ਜਨਵਰੀ 1930 ਭਾਰਤ ਦਾ ਪਹਿਲਾ ਕੀ ਸੀ? ਇੰਡੀਪੈਂਡੈਂਸ ਡੇ, ਆਜ਼ਾਦੀ ਦਿਵਸ ਮਨਾਇਆ। ਨਹਿਰੂ ਨੇ ਲਾਹੌਰ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ, ਉਹਨੇ 31 ਦਸੰਬਰ 1929 ਨੂੰ ਲਾਹੌਰ, ਮੈਂ ਇੱਥੋਂ ਵੀਡੀਓ ਨੂੰ ਦੁਬਾਰਾ ਸੁਣ ਲਿਓ, ਸੌਰੀ, ਲਾਹੌਰ ਸੈਸ਼ਨ ਆਫ ਭਾਰਤੀ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ, ਲਾਹੌਰ ਸੈਸ਼ਨ 1929, 31 ਦਸੰਬਰ ਨੂੰ ਨਹਿਰੂ ਨੇ ਕਿਹਾ ਸੀ ਕਿ ਚੜ੍ਹਦੇ ਸਾਲ 1930 ਨੂੰ 26 ਜਨਵਰੀ ਵਾਲੇ ਦਿਨ ਅਸੀਂ ਆਪਣਾ ਪਹਿਲਾ ਆਜ਼ਾਦੀ ਦਾ ਦਿਨ ਮਨਾਵਾਂਗੇ, ਅਤੇ ਉਹ ਦਿਨ ਨੂੰ ਅਸੀਂ ਪੂਰਨ ਸਵਰਾਜ ਡੇ ਕਿਹਾ ਗਿਆ। ਇਸ ਕਰਕੇ ਸਾਡੀ ਕੌਨਸਟੀਟਿਊਂਟ ਅਸੈਂਬਲੀ ਨੇ ਸਾਡੇ ਸੰਵਿਧਾਨ ਨੂੰ 1950 26 ਜਨਵਰੀ ਵਾਲੇ ਦਿਨ ਲਾਗੂ ਕੀਤਾ। ਉਸ ਦਿਨ ਸਾਡਾ ਸੰਵਿਧਾਨ ਹੈ ਜਿਹੜਾ ਫੋਰਸ ਦੇ ਵਿੱਚ ਆਇਆ, ਕੇਮ ਇਨਟੂ
ਐਗਜ਼ਿਸਟੈਂਸ। ਤੇ ਦੂਜੀ ਗੱਲ ਸਟੂਡੈਂਟਸ, ਇਸ ਨੂੰ ਅੱਗੇ ਮੈਂ ਦੱਸਦਾ ਇਸ ਨੂੰ ਕੀ ਕਿਹਾ ਜਾਂਦਾ ਤੇ ਕੀ ਨਹੀਂ ਕਿਹਾ ਜਾਂਦਾ, ਉਹਦਾ ਵੀ ਧਿਆਨ ਰੱਖਣਾ। ਆਹ ਕਨਸੈਪਟ ਤੁਹਾਡਾ ਕਲੀਅਰ ਹੋ ਗਿਆ ਵੀ 26 ਜਨਵਰੀ 1950 ਨੂੰ ਸਾਡਾ ਹੋਇਆ ਤੇ ਭਾਰਤ 26 ਜਨਵਰੀ 1950 ਨੂੰ ਰਿਪਬਲਿਕ ਹੋ ਗਿਆ। ਅੱਜ ਵੀ ਮੋਸਟ ਆਫ ਦਾ ਸਟੂਡੈਂਟਸ ਨੂੰ ਇਹੀ ਨਹੀਂ ਪਤਾ ਹੁੰਦਾ ਵੀ ਰਿਪਬਲਿਕ ਹੁੰਦਾ ਕੀ ਹੈ। ਭਾਈ ਰਿਪਬਲਿਕ ਦਾ ਮਤਲਬ ਗਣਤੰਤਰ ਨਹੀਂ ਹੁੰਦਾ, ਜਾਂ 26 ਜਨਵਰੀ ਨੂੰ ਛੁੱਟੀ ਨਹੀਂ ਹੁੰਦੀ ਵੀ ਮੁਲਾਜ਼ਮ ਲੱਗ ਗਏ 2 ਛੁੱਟੀਆਂ ਵੀ ਰੱਬਾ ਸ਼ਨੀਵਾਰ ਐਤਵਾਰ ਆ ਜੇ ਨਜ਼ਾਰਾ ਆ ਜੂ। ਰਿਪਬਲਿਕ ਦਾ ਮਤਲਬ ਅੱਜ ਤੋਂ ਬਾਅਦ ਦੁਬਾਰਾ ਨਹੀਂ ਦੱਸੂਗਾ, ਬਟ ਅੱਜ ਧਿਆਨ ਨਾਲ ਸੁਣਿਓ। ਰਿਪਬਲਿਕ ਤੁਸੀਂ ਵੀ ਦੱਸਣਾ ਅੱਗੇ ਜੇ ਕੋਈ ਪੁੱਛਦਾ। ਮੀਨਿੰਗ ਦ ਕੰਟਰੀ ਹੈਜ਼, ਉਹ ਕੰਟਰੀ ਜਾਂ ਦੇਸ਼ ਜਿਹਦੇ ਕੋਲ ਆਪਣਾ ਲਿਖਿਤ ਸੰਵਿਧਾਨ ਹੈ, ਉਹ ਕੰਟਰੀ ਜਾਂ ਮੁਲਕ ਜਿਨ੍ਹਾਂ ਕੋਲ ਇੱਕ ਆਪਣਾ ਇਲੈਕਟਿਡ ਚੁਣਿਆ ਹੋਇਆ ਹੈੱਡ ਹੈ। ਭਾਰਤ ਦਾ ਹੈੱਡ ਰਾਸ਼ਟਰਪਤੀ ਨੂੰ ਕਿਹਾ ਜਾਂਦਾ। ਚੁਣਿਆ ਹੋਇਆ ਹੈੱਡ, ਉਹ ਚਾਹੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਚੁਣਿਆ ਹੋਵੇ, ਨਾਟ ਅ ਪ੍ਰੋਬਲਮ। ਥੈਂਕ ਯੂ। ਅੱਗੇ ਚੱਲਦੇ ਹਾਂ। ਹਾਂਜੀ, 26 ਜਨਵਰੀ 1950 ਨੂੰ ਡੇਟ ਆਫ ਕਮੈਂਸਮੈਂਟ ਦੇ ਨਾਮ 'ਤੇ ਜਾਣਿਆ ਜਾਂਦਾ ਹੈ। 26 ਜਨਵਰੀ 1950 ਨੂੰ ਡੇਟ ਆਫ ਕਮੈਂਸਮੈਂਟ ਦੇ ਨਾਮ ਨਾਲ ਜਾਣਿਆ ਜਾਂਦਾ। 26 ਨਵੰਬਰ ਤੁਹਾਡੇ ਲਈ ਫੈਕਟ ਲਿਖਤੇ ਬਾਈ ਸਟੂਡੈਂਟਸ, ਇਹ ਚੀਜ਼ਾਂ ਮੈਂ ਤੁਹਾਨੂੰ ਨਾਲ ਨਾਲ ਬਹੁਤ ਦੱਸ ਦੂੰਗਾ। 26 ਨਵੰਬਰ ਐਵਰੀ ਈਅਰ ਸੈਲੀਬ੍ਰੇਟਡ ਐਜ਼ ਨੈਸ਼ਨਲ ਲਾਅ ਡੇ, ਕਾਨੂੰਨ ਦਿਵਸ, ਰਾਸ਼ਟਰੀ ਸੰਵਿਧਾਨ ਦਿਵਸ। ਤੇ 21 ਅਪ੍ਰੈਲ ਅੱਜ ਕੱਲ੍ਹ 'ਚ ਆਉਣ ਵਾਲੀ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ, ਸਿਵਲ ਸਰਵੈਂਟਸ ਡੇ। ਠੀਕ ਹੈ ਨਾ, ਨੌਕਰਸ਼ਾਹ ਦਿਵਸ, ਸਿਵਲ ਸਰਵੈਂਟ ਡੇ 21 ਅਪ੍ਰੈਲ। ਇਹਨਾਂ ਨੂੰ ਸ਼ੁਰੂਆਤ ਕਰਨ ਵਾਲੇ ਵੀ ਵੱਲਭ ਭਾਈ ਪਟੇਲ ਸਨ। 24 ਅਪ੍ਰੈਲ ਨੂੰ ਪੰਚਾਇਤੀ ਰਾਜ ਡੇ ਹੁੰਦਾ ਜੀ। ਆਹ ਤੁਹਾਡੇ 4 ਕੁਐਸਚਨ ਦੱਸਤੇ ਅੱਜ ਮੈਂ। ਜਰਨਲ, ਇਹ ਚੀਜ਼ਾਂ ਤੁਹਾਨੂੰ ਰੋਜ਼ ਮਿਲਿਆ ਕਰਨਗੀਆਂ ਸੁਣਨ ਨੂੰ, ਔਰ ਅਸ਼ੋਰੈਂਸ ਹੈ ਵੀ ਇਹਨਾਂ ਨੂੰ ਰੀਡ ਆਊਟ ਕਰ ਲਿਓ, ਤੁਹਾਡੇ ਪੇਪਰ 'ਚ ਬਹੁਤ ਸਾਰੇ ਕੁਐਸਚਨ ਆ ਜਾਣਗੇ। ਅੱਗੇ ਜੀ, ਭਾਰਤ ਦੇ ਸੰਵਿਧਾਨ ਦੀ ਵੰਡ ਕੀਤੀ। ਥੋੜ੍ਹਾ ਜਿਹਾ ਤੁਹਾਨੂੰ ਪਰਸਪੈਕਟਿਵ ਨਾਲ ਸਮਝਾਇਆ ਗਿਆ ਵੀ ਅੱਜ ਸੰਵਿਧਾਨ ਕੀ ਹੈ ਅਤੇ ਉਦੋਂ ਸੰਵਿਧਾਨ ਕੀ ਸੀ। 26 ਜਨਵਰੀ ਵਾਲੇ ਸੰਵਿਧਾਨ 'ਚ ਪਾਰਟਸ 22 ਸਨ, ਠੀਕ ਹੈ ਨਾ, ਅਤੇ ਅੱਜ ਦੇ ਸੰਵਿਧਾਨ 'ਚ ਪਾਰਟ 25 ਹੈ। ਔਰ ਮੇਰੀ ਗੱਲ ਧਿਆਨ ਨਾਲ ਸੁਣ ਲਓ, ਕਿਸੇ ਕਿਤਾਬ ਦੇ ਵਿੱਚ ਇਹ ਚੀਜ਼ ਲਿਖੀ ਨਹੀਂ ਹੋਈ, ਔਰ 90 ਤੋਂ 99% ਬੱਚਿਆਂ ਨੂੰ ਪੁੱਛ ਲਓ, ਉਹ ਇਹੀ ਕਹਿੰਦੇ ਨੇ ਜੀ 25 ਪਾਰਟ ਹੈ। ਪਰ ਧਿਆਨ ਨਾਲ ਇੱਥੇ ਗੱਲ ਸੁਣ ਲਿਓ, ਅੱਜ ਵੀ ਹਰੇਕ ਕਿਤਾਬ 'ਚ ਜੇ ਆਉਣਗੇ ਤਾਂ 22 ਪਾਰਟ ਹੀ ਆਉਣਗੇ। ਅੱਗੇ ਸਬਸਟੀਚਿਊਟ ਪਾਰਟ ਕੀਤੇ ਹੋਏ ਨੇ, ਪਾਰਟ 22, ਇੱਥੇ ਮੈਂ ਲਿਖਿਆ ਪਾਰਟ 25, ਬਟ ਮੈਂ ਅੱਜ ਤੁਹਾਨੂੰ ਇੱਥੇ ਸਿਰਫ 25 ਤਾਂ ਲਿਖਿਆ ਸੀ, ਦੱਸਣੇ ਸੀ ਵੀ 3 ਐਡ ਕੀਤੇ ਗਏ। ਬਟ ਸਟੂਡੈਂਟ ਅੱਜ ਵੀ ਕਿਤਾਬਾਂ 'ਚ 22 ਤੇ ਐਂਡ ਹੋ ਜਾਂਦਾ ਹੈ। ਸਬਸਟੀਚਿਊਟ ਪਾਰਟ ਦੇਖੋ ਧਿਆਨ ਨਾਲ, 7ਵਾਂ B ਪਾਰਟ ਰਿਮੂਵ ਕਰਤਾ, 9ਵਾਂ A ਟਿਕ ਲਗਾਇਆ ਹੋਇਆ ਨਾ, ਇਹਦਾ ਮਤਲਬ 9ਵਾਂ A ਜੁੜ ਗਿਆ, ਯਾਨੀ ਕਿ 22 ਸੀਗੇ, 1 ਘਟਾਓ ਹੋ ਗਿਆ, ਮਾਈਨਸ ਹੋ ਗਿਆ, 21 ਰਹਿ ਗਏ। ਫਿਰ 9A 9B 14A 4A 4A ਅਤੇ 21 ਤੇ 4 25, ਸਿੱਧੀ ਸਿੱਧੀ ਗੱਲ ਹੈ। ਇਸ ਦੇ ਉੱਤੇ ਮੈਂ ਤੁਹਾਡੇ ਤੋਂ ਕਮੈਂਟ ਸੈਕਸ਼ਨ 'ਚ ਬਹੁਤ ਕੁਝ ਆਸ ਰੱਖਦਾ ਕਿ ਤੁਸੀਂ ਮੈਨੂੰ ਪਾਰਟਸ ਬਾਰੇ ਹੋਰ ਸੁਲਝਾ ਕੇ ਆਨਸਰ ਦਿਓਗੇ। ਇਸ ਤੋਂ ਈਜ਼ੀ ਵੇ ਨਹੀਂ ਕੋਈ ਦੱਸੂਗਾ। ਪਾਰਟਸ 22 ਨੇ ਕਿ 25 ਨੇ, ਹੈਗੇ ਆ 25, ਬਟ 22 ਤੋਂ ਉੱਪਰ 23ਵਾਂ 24ਵਾਂ ਪਾਰਟ 25ਵਾਂ ਤੁਸੀਂ ਆਪਣੇ ਟੀਚਰਸ ਨੂੰ ਪੁੱਛੋ ਜਿਨ੍ਹਾਂ ਤੋਂ ਪੜ੍ਹੇ ਹੋ, ਕਿੱਥੇ ਹੈ ਦਿਖਾਓ, ਹੈ ਹੀ ਨਹੀਂ। ਉਹ ਸਬਸਟੀਚਿਊਟ ਪਾਰਟ ਹੈ ਅਤੇ ਸਟੂਡੈਂਟ ਇੱਥੇ ਮਾਰ ਖਾ ਜਾਂਦੇ ਹੈ। ਇਸ ਚੀਜ਼ ਨੂੰ ਰੀਡ ਕਰ ਲਿਓ, ਠੀਕ ਹੈ ਨਾ, ਦੁਬਾਰਾ ਰੀਹੀਅਰ ਕਰ ਲਿਓ, ਇਹਨੂੰ ਸੁਣ ਲਿਓ ਪਲੀਜ਼। ਆਰਟੀਕਲ ਵੀ 395 ਨੇ, ਅੱਜ ਵੀ 395 ਨੇ, ਪਰ ਸਟੂਡੈਂਟ ਮੈਨੂੰ ਕਲਾਸ 'ਚ ਅਕਸਰ ਕਹਿੰਦੇ ਹੁੰਦੇ ਸੀ 448 ਹੈ ਸਰ, 465 ਹੈ ਜੀ। ਬਾਈ ਮੈਂ ਤਾਂ 500 ਤੋਂ ਉੱਪਰ ਐਗਰੀ ਕਰਦਾ, ਬਟ ਇੱਕ ਚੀਜ਼ ਦਾ ਧਿਆਨ ਰੱਖਿਓ, ਉਹ ਜਿਹੜੇ 500 ਆਰਟੀਕਲ ਨੇ ਉਹ ਵੀ ਸਬਸਟੀਚਿਊਟ ਹੈ। 31A 31B 31C 243A ਤੋਂ ਲੈ ਕੇ 243O ਤੱਕ ਨੇ। ਸੋ ਐਕਚੁਅਲੀ ਕੌਨਸਟੀਟਿਊਸ਼ਨ 'ਚ ਆਰਟੀਕਲ 395 ਨੇ। ਜੇ ਇੱਦਾਂ ਕਾਊਂਟ ਕਰਨ ਲੱਗ ਗਏ ਨਾ ਸਟੂਡੈਂਟਸ, ਤਾਂ ਫਿਰ ਭਾਈ ਇਹ ਤਾਂ 500 550 ਤੋਂ ਉੱਪਰ ਲੰਘ ਜਾਣਗੇ। ਕਲੀਅਰ? ਇਹ ਪੇਜ ਨੰਬਰ 4 ਨੂੰ ਚੰਗੀ ਤਰ੍ਹਾਂ ਪੜ੍ਹ ਲਿਓ। ਮੈਂ ਸਹੀ ਗੱਲ ਕਹਿ ਰਿਹਾ, 98-99% ਜਨਤਾ ਕਨਫਿਊਜ਼ ਹੈ ਵੀ ਪਾਰਟ ਹੈ ਕਿੰਨੇ। 25 ਮੈਂ ਕਲਾਸ 'ਚ ਅਕਸਰ ਪੁੱਛਦਾ ਹੁੰਦਾ ਵੀ 25 ਕਿੱਥੇ ਹੈ, ਅਤੇ ਮੈਂ ਤੁਹਾਡੇ ਤੋਂ ਵੀ ਆਸ ਰੱਖਦਾ ਤੁਸੀਂ ਮੈਨੂੰ ਇਹ ਕਮੈਂਟ ਸੈਕਸ਼ਨ 'ਚ ਦੱਸੋਗੇ। ਤੁਹਾਡਾ ਸਭ ਦਾ ਸ਼ੁਕਰੀਆ ਬਹੁਤ, ਤੁਸੀਂ ਅੱਛਾ ਰਿਵਿਊ ਦਿੱਤਾ, ਪਰ ਹੁਣ ਤੁਹਾਡੇ ਤੋਂ ਮੈਨੂੰ ਸਟੱਡੀ ਵੱਲੋਂ ਵੀ ਆਸ ਆ ਤੁਸੀਂ ਇਹ ਪੁੱਛੋਗੇ। 22 ਹੀ ਲੂਸੈਂਟ ਕੱਢ ਲਓ, ਖੋਲ੍ਹ ਲਓ, ਲਕਸ਼ਮੀਕਾਂਤ ਕੱਢ ਲਓ, ਡੀ ਬਸੂ ਕੱਢ ਲਓ, ਵਿਜ਼ਰਡ ਕੱਢ ਲਓ, ਕਾਰਨੀਕਲ ਕੱਢ ਲਓ, 22 ਤੇ ਐਂਡ ਕਰ ਦਿੰਦੇ ਹੋ ਸਾਰੇ। ਪਰ ਉੱਥੇ ਜੇ ਤੁਹਾਨੂੰ ਕੋਈ ਪੁੱਛ ਲਵੇ ਵੀ 25ਵਾਂ ਪਾਰਟ ਕਿੱਥੇ ਹੈ, ਤਾਂ ਤੁਸੀਂ ਅਗਲੇ ਨੂੰ ਡੀਸੈਂਟ ਵੇ 'ਚ ਆਨਸਰ ਦੇਵੋ ਕਿ ਅਸੀਂ ਇੱਕ ਅੱਛੇ
ਕੰਸੈਪਟ ਤੋਂ ਜਾਂ ਅੱਛੇ ਨੋਟਸ ਤੋਂ ਪੜ੍ਹੇ ਵੀ 22 ਸਨ ਇੱਕ ਰਿਪੀਲ ਕਰ ਦਿੱਤਾ ਗਿਆ 1956 'ਚ ਤੇ ਹੌਲੀ ਹੌਲੀ ਅਮੈਂਡਮੈਂਟਸ ਨਾਲ 4 ਪਾਰਟ ਜੋੜ ਦਿੱਤੇ ਗਏ। 9A 9B ਪੰਚਾਇਤੀ ਰਾਜ ਤੇ ਮਿਊਨਿਸਪੈਲਿਟੀਜ਼, ਨਹੀਂ ਸੌਰੀ ਪੰਚਾਇਤੀ ਰਾਜ ਮਿਊਨਿਸਪੈਲਿਟੀਜ਼ ਤੋਂ ਬਾਅਦ ਉਹਦਾ ਕੋਆਪਰੇਟਿਵ ਉਹਦਾ ਟ੍ਰਿਬਿਊਨਲਸ ਦਾ ਜਾਂ ਕੋਆਪਰੇਟਿਵ ਸੁਸਾਇਟੀਜ਼ ਦਾ। ਇਹ ਅੱਗੇ ਤੁਹਾਨੂੰ ਹੋਰ ਪਾਰਟਸ ਦੇ ਵਿੱਚ ਜਦੋਂ ਜਿਵੇਂ ਜਿਵੇਂ ਅਮੈਂਡਮੈਂਟਸ 'ਤੇ ਪਹੁੰਚਾਂਗੇ ਡਿਟੇਲ ਨਾਲ ਸਮਝਾ ਦਿੱਤਾ ਜਾਊਗਾ। ਸ਼ਡਿਊਲ 8 ਸੀਗੇ, ਯੈਸ ਟਾਈਮਲੀ ਅਮੈਂਡਮੈਂਟ ਨਾਲ 4 ਜੁੜ ਗਏ ਤੇ 12 ਹੋ ਗਏ। ਥੱਲੇ ਅਮੈਂਡਮੈਂਟ ਲਿਖਿਆ 9ਵਾਂ ਸ਼ਡਿਊਲ ਪਹਿਲੀ ਅਮੈਂਡਮੈਂਟ 'ਚ, 10ਵਾਂ ਸ਼ਡਿਊਲ 52 52ਵੀਂ 'ਚ, 11ਵਾਂ 73ਵੀਂ 'ਚ ਤੇ 12ਵਾਂ 74ਵੀਂ 'ਚ। ਤੇ ਅਮੈਂਡਮੈਂਟ 0 ਸਨ 1951 ਤੋਂ 50 ਤੱਕ। ਪਹਿਲੀ ਦੇਖੋ ਬ੍ਰੈਕਟ 'ਚ ਮੈਂ ਤੁਹਾਡੀ ਨੌਲੇਜ ਵਧਾਉਣ ਲਈ ਲਿਖਤਾ 1951 'ਚ ਹੋਈ ਤੇ ਅੱਜ ਅਮੈਂਡਮੈਂਟ 104 ਹੋ ਗਈ। ਲੈਕਚਰ ਐਂਡ ਹੋਣ ਜਾ ਰਿਹਾ ਤੇ ਉਹ 2 ਮਿੰਟ ਲਾਸਟ ਵਾਲੇ ਤੁਹਾਨੂੰ ਇੱਕ ਸਰਪ੍ਰਾਈਜ਼ ਹੈ, ਜੇ ਤੁਸੀਂ ਉਹ ਫੋਲੋ ਕਰਦੇ ਹੋ ਤਾਂ ਤੁਹਾਨੂੰ ਰੋਜ਼ ਉਹ ਲਾਸਟ 5 ਨੰਬਰ ਪੇਜ 'ਤੇ ਆ ਗਏ ਕੌਨਸਟੀਟਿਊਂਟ ਅਸੈਂਬਲੀ। ਕੌਨਸਟੀਟਿਊਂਟ ਅਸੈਂਬਲੀ ਡਬਲ ਬੇਸਿਕ 'ਤੇ ਕੰਮ ਕਰਦੀ ਸੀ, ਅੱਜ ਤੱਕ ਕਿਤੇ ਨਹੀਂ ਦੱਸਿਆ ਜਾਂਦਾ, ਨਾ ਕਿਤੇ ਮੈਂ ਕਿਸੇ ਵੀਡੀਓ 'ਚ ਨਹੀਂ ਸੁਣਿਆ ਜਾਂ ਅਸੀਂ ਆਪਣੇ ਟੀਚਰਸ ਤੋਂ ਨਹੀਂ ਸੁਣਿਆ। ਇੰਡੀਪੈਂਡੈਂਸ ਤੋਂ ਬਾਅਦ ਨਾ 1950 ਤੇ 1952 ਤੱਕ ਸਾਡੇ ਕੋਲੇ ਕੋਈ ਲੋਕ ਸਭਾ ਨਹੀਂ ਸੀ, ਕੁਛ ਨਹੀਂ ਸੀ ਸਾਡੇ ਕੋਲ, ਤਾਂ ਇਲੈਕਸ਼ਨ ਹੀ ਅਸੀਂ ਇਲੈਕਸ਼ਨ ਕਮਿਸ਼ਨ ਹੀ 1950 'ਚ ਬਣਵਾਇਆ ਤੇ 1951 'ਚ ਤਾਂ ਪਹਿਲੀ ਵਾਰ ਸਾਡੀਆਂ ਇਲੈਕਸ਼ਨਸ ਹੋਈਆਂ। ਠੀਕ ਹੈ, ਉਸ ਤੋਂ ਪਹਿਲਾਂ ਕੋਈ ਪਾਰਲੀਮੈਂਟ ਨਹੀਂ ਸੀ, ਧਿਆਨ ਨਾਲ ਸੁਣਨਾ ਹੈ, ਉਸ ਤੋਂ ਪਹਿਲਾਂ ਕੋਈ ਵੀ ਪਾਰਲੀਮੈਂਟ ਨਹੀਂ ਸੀ। ਤਾਂ ਜਿਹੜੀ ਕੌਨਸਟੀਟਿਊਂਟ ਅਸੈਂਬਲੀ ਹੈ ਉਹ ਸਾਡੀ ਪ੍ਰੋਵੀਜ਼ਨਲ ਤੇ ਟੈਂਪਰਰੀ ਪਾਰਲੀਮੈਂਟ ਆਫ ਇੰਡੀਆ ਦੇ ਤੌਰ ਤੇ ਕੰਮ ਕਰਦੀ ਰਹੀ। ਠੀਕ ਹੈ ਜੀ। ਤੇ 1946-47 'ਚ ਬਣੀ ਕੌਨਸਟੀਟਿਊਂਟ ਅਸੈਂਬਲੀ ਡਿਊਲ ਸਟੈਂਡਰਡ ਕੰਮ ਕਰਦੀ ਹੈ, ਡਬਲ। ਉਹ ਕਿਹੜੇ ਜਦੋਂ ਤਾਂ ਇਹ ਕੌਨਸਟੀਟਿਊਸ਼ਨ ਨੂੰ ਬਣਾਉਣ ਵਾਸਤੇ ਕੰਮ ਕਰਦੀ ਸੀ ਜਾਂ ਸਿਰਫ ਕੌਨਸਟੀਟਿਊਸ਼ਨ ਬਣਾਉਣ ਲਈ ਕੰਮ ਕਰ ਰਹੀ ਹੈ ਜਾਂ ਕੌਨਸਟੀਟਿਊਂਟ ਅਸੈਂਬਲੀ ਲਾਈਕ ਕੰਮ ਕਰ ਰਹੀ ਹੈ, ਤਾਂ ਇਹਨੂੰ ਰਜਿੰਦਰ ਪ੍ਰਸਾਦ ਚੇਅਰਮੈਨ ਕਰਦਾ ਸੀ। ਤੇ ਜਦੋਂ ਇਹ ਲੈਜਿਸਲੇਟਿਵ ਤੇ ਪਾਰਲੀਮੈਂਟਰੀ ਵਰਕ ਕਰਦੀ ਸੀ ਉਦੋਂ ਇਹਨੂੰ GV ਮਲਵਨਕਰ ਹੈੱਡ ਕਰਦਾ ਸੀ, ਜੋ ਕਿ ਬਾਅਦ ਦੇ ਵਿੱਚ ਭਾਰਤ ਦਾ ਪਹਿਲਾ ਲੋਕ ਸਭਾ ਸਪੀਕਰ ਬਣਿਆ। 5ਵਾਂ ਪੇਜ ਸਿਰਫ ਇੱਕ ਜਰਨਲ ਹੈ, ਪਹਿਲੇ 4 ਪੇਜਿਸ ਤੱਕ ਹੀ ਤੁਹਾਡਾ ਲੈਕਚਰ ਸੀਗਾ। ਸੋ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸੁਣੋ, ਜ਼ਿਆਦਾ ਤੋਂ ਜ਼ਿਆਦਾ ਦੇਖੋ। ਆਪਾਂ ਵਿਊਜ਼ ਇਸ ਲਈ ਨਹੀਂ ਕਹਿ ਰਹੇ, ਮੇਰੀ ਪ੍ਰਾਇੋਰਟੀ ਤੁਸੀਂ ਹੋ। ਠੀਕ ਹੈ, ਤੇ ਥੈਂਕ ਯੂ। ਬਸ ਇੰਨਾ ਕਨਸੈਪਟ ਸੀ। ਪਹਿਲਾ ਚੈਪਟਰ ਤੁਹਾਡਾ ਕੰਪਲੀਟ ਹੋ ਗਿਆ 2 ਲੈਕਚਰਸ। ਅੱਜ ਵੀ ਮੈਨੂੰ ਮੇਰੀਆਂ ਕਮੀਆਂ ਸਾਨੂੰ ਜ਼ਰੂਰ ਦੱਸੀਆਂ ਜਾਣ। ਸਕਰੀਨ ਸ਼ੇਕਿੰਗ ਹੋਈ ਹੈ, ਹਾਂ ਮੈਂ ਦੁਬਾਰਾ ਪੁੱਛ ਰਿਹਾ, ਜੇ ਮੇਰੀ ਰਾਈਟਿੰਗ ਕਿਸੇ ਨੂੰ ਨਹੀਂ ਸਮਝ ਆਉਂਦੀ ਤਾਂ ਲੈਟ ਮੀ ਨੋ, ਪਲੀਜ਼ ਦੱਸੋ। ਜਿੰਨਾ ਤੁਸੀਂ ਕਰੋਗੇ ਉਨੀ ਇੰਪਰੂਵਮੈਂਟ ਨਾਲ ਤੁਹਾਡਾ ਐਗਜ਼ਾਮ ਕਲੀਅਰ ਹੋਊਗਾ। ਅਤੇ ਦੂਜੀ ਗੱਲ, ਮੇਰਾ ਕਲਾਸ ਪੜ੍ਹਾਉਣ ਦਾ ਤਰੀਕਾ ਇਹ ਹੁੰਦਾ ਸੀ, ਮੈਂ ਅਕਸਰ ਪੜ੍ਹਾਉਣ ਤੋਂ ਬਾਅਦ ਜਾਂ ਪੜ੍ਹਾਉਣ ਤੋਂ 5 ਮਿੰਟ ਪਹਿਲਾਂ ਕੋਈ ਕਰੰਟ ਡਿਸਕਸ ਕਰਦਾ ਸੀ, ਬਟ ਉਹ ਮੈਂ ਸਿਰਫ ਕਨਸੈਪਟ ਦੱਸਦਾ ਸੀ ਅਤੇ ਬੱਚੇ ਉਹ ਅਗਲੇ ਦਿਨ ਲੱਭ ਕੇ ਲਿਆਉਂਦੇ ਸੀ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇੱਥੇ ਵੀ ਉਵੇਂ ਹੀ ਕਰਾਂ, ਰੋਜ਼ ਨਵੀਆਂ 3-4 ਚੀਜ਼ਾਂ ਦੱਸਦਾ, ਅਤੇ ਫਿਰ ਉਹ ਐਕਸਪੈਕਟੇਸ਼ਨ ਇਹੀ ਹੈ, ਇਟ ਇਜ਼ ਲਾਈਕ ਅ ਹੋਮਵਰਕ। ਤੁਹਾਨੂੰ ਕੰਮ ਦਿੱਤਾ ਜਾਊਗਾ ਅਤੇ ਤੁਸੀਂ ਉਹ ਕਮੈਂਟ ਸੈਕਸ਼ਨ ਦੱਸਣਾ ਸਾਨੂੰ, ਉਹ ਕਮੈਂਟ ਸੈਕਸ਼ਨ ਦੱਸਣਾ, ਉਹ ਹੋਮਵਰਕ ਕਰਿਆ ਕਿ ਆਇਆ ਕਰੋਗੇ, ਦੱਸਿਆ ਕਰੋਗੇ। ਇੱਕ ਤਾਂ ਕਰੋਸਟੀ ਰਹੂਗੀ ਵੀ ਅਸੀਂ ਕੰਮ ਕਰਨਾ, ਅਸੀਂ ਪੜ੍ਹ ਕੇ ਜਾਣਾ। ਦੈਟਸ ਇਟ। ਥੈਂਕ ਯੂ ਵੈਰੀ ਮਚ।